ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰਹਿ ਸੁਣਤੇ ਉਦਰਹਿ, ਬਿਨ ਸਹਿ ਪਾਪ ਕਨੇਰੇ। ਪਸੂ ਪਰੇਤ ਮੁਗਧ ਕਾ ਤਾਰੇ, ਪਾਹਨ ਪਾਰੇ ਉਤਾਰੈ। ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪੰਜਵਾ। ਆਤਮ ਰਾਮ ਸਰਮੈ ਪੇਖਾ, ਪੂਰਨ ਪੂਰ ਰਹਾ ਪ੍ਰਭ ਏਕਾ। ਰਤਨ ਅਮੋਲ ਹਿਰਦੈ ਮਹਿ ਜਾਨਾ, ਆਪਣੇ ਵਸਤ ਤੂੰ ਆਪ ਪਛਾਨਾ। ਆਤਮ ਰਾਮ ਸਰਮੈ ਪੇਖਾ, ਪੂਰਨ ਪੂਰ ਰਹਾ ਪ੍ਰਭ ਏਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ, ਗਰੀਬ ਨਿਵਾਜ ਸਤਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ। ਸਤਿਗੁਰਾਂ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਅੰਮ੍ਰਿਤ ਬਾਣੀ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੋਇਆ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ
ਜਿੱਥੇ ਸਤ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਉਥੇ ਕੀਰਤਨ ਅਤੇ ਕਥਾ ਇਹ ਵੀ ਸਤਿਗੁਰਾਂ ਦੀਆਂ ਬਖਸ਼ੀਆਂ ਹੋਈਆਂ ਵੱਡਮੁੱਲੀਆਂ ਬਖਸ਼ਿਸ਼ਾਂ ਹਨ, ਵੱਡਮੁੱਲੀਆਂ ਦਾਤਾਂ ਹਨ। ਗੁਰਬਾਣੀ ਦੇ ਅੰਦਰ ਇਹ ਬਚਨ ਆਇਆ ਹੈ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਜਿਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਸਹਾਇਤਾ ਕਰਦੇ ਹਨ ਤਾਂ ਫਿਰ ਸੁਖ ਦੇਣ ਵਾਲੀਆਂ ਦਾਤਾਂ ਦਿੰਦੇ ਆ, ਕਥਾ ਅਤੇ ਕੀਰਤਨ ਦੀਆਂ। ਔਰ ਇਹ ਸੁਲਤਾਨਪੁਰ ਲੋਧੀ ਦੀ ਭਾਗਾਂ ਭਰੀ ਨਗਰੀ, ਜਿੱਥੇ ਜਗਤ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਦੀ ਬਖਸ਼ਿਸ਼ ਕੀਤੀ, ਔਰ ਇੱਥੋਂ ਹੀ ਮਹਾਰਾਜ ਸਾਹਿਬ ਜੀ ਨੇ ਉਦਾਸੀਆਂ ਆਰੰਭ ਕੀਤੀਆਂ ਤੇ ਸਤਿਗੁਰਾਂ ਨੇ ਆਪ ਗੁਰਬਾਣੀ ਨੂੰ ਰਾਗ ਦੇ ਵਿੱਚ ਗਾਇਆ, ਆਪ ਕੀਰਤਨ ਕੀਤਾ ਤੇ ਭਾਈ ਮਰਦਾਨਾ ਜੀ ਉੱਤੇ ਬਖਸ਼ਿਸ਼ ਕਰਕੇ ਭਾਈ ਮਰਦਾਨਾ ਜੀ ਤੋਂ ਕੀਰਤਨ ਕਰਵਾਇਆ। ਔਰ ਬਾਬਾ ਜੀ ਨੇ ਚੌਹਾਂ ਚੱਕਾਂ ਵਿੱਚ ਕੀਰਤਨ ਕੀਤਾ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹ ਜ਼ਿਕਰ ਕਰਦੇ ਹਨ ਵਾਰਾਂ ਦੇ ਵਿੱਚ, ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ, ਸਿੱਧ 84 ਮੰਡਲੀ ਖੱਡ ਦਰਸ਼ਨ ਪਾਖੰਡ ਜਣਾਇਆ, ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਇਆ, ਜਿੱਤੀ ਨਵਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ, ਦੇਵ ਦਾਨੋ ਰਾਖਸ਼ ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ, ਇੰਦਰਾਸਣ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ, ਹਿੰਦੂ ਮੁਸਲਮਾਨ ਨਿਵਾਇਆ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਤੇ ਭਾਈ ਸਾਹਿਬ ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਸੱਚਾ ਨਾਮ ਦਾ ਆਸਰਾ ਦੇ ਕਰਕੇ ਜੀਵਾਂ ਨੂੰ ਤਾਰਿਆ ਤੇ ਅੱਜ ਵੀ ਬਾਬਾ ਜੀ ਤਾਰ ਰਹੇ ਹਨ ਸ਼ਬਦ ਰੂਪ ਦੇ ਵਿੱਚ। ਸਤਿਗੁਰਾਂ ਦੇ ਪਵਿੱਤਰ ਸਥਾਨ ਤੇ ਜੋ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਸਾਧ ਸੰਗਤ ਜੀ, ਰਾਮਕਲੀ ਰਾਗ ਦੇ ਅੰਦਰ ਚੱਲ ਰਹੀ ਹੈ। 892 ਅੰਗ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਰਾਮਕਲੀ ਮਹਲਾ ਪੰਜਵਾ। ਰਾਮਕਲੀ ਰਾਗ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਗੁਰੂ ਕੀ ਬਾਣੀ ਰਾਗਾਂ ਅਤੇ ਰਾਗਣੀਆਂ ਦੇ ਅੰਦਰ ਹੈ ਸਾਧ ਸੰਗਤ ਜੀ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ, ਬੌਰੀ ਗੂਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ। ਵਡ ਹੰਸ ਸੋਰਠ ਧਨਾਸਰੀ ਤੇ ਜੈਤਸਰੀ, ਟੋਡੀ ਤੇ ਬੈਰਾੜੀ ਉਹ ਤਿਲੰਗ ਸੂਹੀ ਛਾਇਓ ਹੈ। ਜੋ ਰਾਮਕਲੀ ਰਾਗ ਹੈ, ਇਹਦਾ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ 18ਵਾਂ ਹੈ। ਇਸ ਤੋਂ ਪਹਿਲਾਂ 17 ਰਾਗ ਰਾਗਣੀਆਂ ਗੁਰੂ ਕੀ ਬਾਣੀ ਦੇ ਅੰਦਰ ਆਏ ਹਨ। ਜਿਵੇਂ ਪਹਿਲਾ ਸਥਾਨ ਸ੍ਰੀ ਰਾਗ ਦਾ ਹੈ, ਦੂਸਰੇ ਤੇ ਮਾਝ ਹੈ, ਤੀਸਰੇ ਤੇ ਗੌੜੀ ਹੈ, ਚੌਥੇ ਤੇ ਆਸਾ ਹੈ, ਪੰਜਵੇਂ ਤੇ ਗੂਜਰੀ ਹੈ, ਛੇਵੇਂ ਤੇ ਦੇਵ ਗੰਧਾਰੀ ਹੈ, ਸੱਤਵੇਂ ਤੇ ਬਿਹਾਗੜਾ ਹੈ, ਅੱਠਵੇਂ ਤੇ ਵਡਹੰਸ ਹੈ, 9ਵੇਂ ਸਥਾਨ ਤੇ ਸੋਰਠ ਹੈ, 10ਵੇਂ ਤੇ ਧਨਾਸਰੀ ਹੈ। ਇਸੇ ਤਰ੍ਹਾਂ ਅੱਗੇ ਤੋਂ ਅੱਗੇ ਜੈਤਸਰੀ। ਤਾਂ ਇਹ ਜੋ ਰਾਗ ਹੈ ਇਹ 18ਵੇਂ ਸਥਾਨ ਤੇ ਹੈ। ਰਾਮਕਲੀ ਰਾਗ ਹੈ, ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਜਿਨ੍ਹਾਂ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 30 ਰਾਗਾਂ ਦੇ ਅੰਦਰ ਬਾਣੀ ਹੈ।
ਕਿਉਂਕਿ ਜੋ 31ਵਾਂ ਰਾਗ ਹੈ ਉਹਦੇ ਵਿੱਚ 4 ਸ਼ਬਦ ਉਹ ਨਾਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਹਨ, ਤੇ 30 ਰਾਗਾਂ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸੋਢੀ ਸੁਲਤਾਨ ਸਤਿਗੁਰੂ ਪਿਤਾ ਜੀ ਤੇ ਮਾਤਾ ਬੀਬੀ ਭਾਨੀ ਜੀ, ਤਿਨਾਂ ਦੇ ਗ੍ਰਹਿ ਵਿਖੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ 1620 ਬਿਕਰਮੀ ਸੰਮਤ ਨੂੰ ਹੋਇਆ। ਬਚਪਨ ਵਿੱਚ ਹੀ ਜਿਨ੍ਹਾਂ ਨੂੰ ਬਾਣੀ ਕਾ ਬੋਹਿਥਾ ਦਾ ਵਰਦਾਨ ਪ੍ਰਾਪਤ ਹੋਇਆ ਨਾਨਾ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸੋਂ, ਜਦੋਂ ਖੇਡਦਿਆਂ ਖੇਡਦਿਆਂ ਆ ਕੇ ਨਾਨਾ ਸਤਿਗੁਰੂ ਜੀ ਦੇ ਪਲੰਘੇ ਨੂੰ ਫੜ ਲੈਣਾ ਤੇ ਆਪਣੇ ਸਰੀਰ ਨੂੰ ਵੀ ਕਿਲਕਾਰੀਆਂ ਮਾਰਦਿਆਂ ਹੋਇਆਂ ਹਿਲਾਉਣਾ, ਤੇ ਨਾਲੇ ਬਾਈ ਨੂੰ ਫੜ ਕਰਕੇ ਮੰਜੇ ਨੂੰ ਹਿਲਾ ਦੇਣਾ, ਤੇ ਤੀਜੇ ਪਾਤਸ਼ਾਹ ਜੀ ਚੌਂਕੜਾ ਲਾਇਆ ਹੋਇਆ, ਨੇਤਰ ਮੁੰਦੇ ਹੋਏ, ਤੇ ਸੁਭਾਵਕ ਹੀ ਬਚਨ ਕੀਤਾ, ਇਹ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਹਨੇ ਮੰਜੀ ਹਿਲਾਈ ਸਾਡੀ ਸਾਰੀ। ਪਾਸ ਹੀ ਸਨ ਪੰਚਮ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ, ਤੀਜੇ ਪਾਤਸ਼ਾਹ ਮਹਾਰਾਜ ਦੇ ਸਪੁੱਤਰੀ, ਚੌਥੇ ਪਾਤਸ਼ਾਹ ਮਹਾਰਾਜ ਜੀ ਦੇ ਪਤਨੀ ਬੀਬੀ ਭਾਨੀ ਜੀ ਸੇਵਾ ਕਰ ਰਹੇ ਸਨ ਝਾੜੂ ਦੀ। ਉਹਨਾਂ ਆਖਿਆ, ਪਿਤਾ ਸਤਿਗੁਰੂ ਜੀ, ਹੋਰ ਕੋਈ ਨਹੀਂ, ਇਹ ਤੁਹਾਡਾ ਆਪਣਾ ਹੀ ਦੋਹਤਾ ਹੈ। ਨੇਤਰ ਖੋਲੇ ਤੇ ਬੀਬੀ ਭਾਨੀ ਜੀ ਜਿਸ ਵੇਲੇ ਲੈ ਕੇ ਪਿਛਾਂਹ ਚੱਲੇ, ਕਿਉਂਕਿ ਸਰੀਰ ਰਿੜਦਿਆਂ ਹੋਇਆਂ ਮਿੱਟੀ ਘੱਟੇ ਨਾਲ ਲਿਬੜਿਆ ਪਿਆ ਸੀ। ਮਹਾਰਾਜ ਕਹਿਣ ਲੱਗੇ, ਧੀਏ ਭਾਨੀਏ ਰਹਿਣ ਦੇ ਸਾਡੇ ਪਾਸ ਹੀ, ਤੇ ਦੋਵਾਂ ਬਾਹਾਂ ਤੋਂ ਫੜ ਕੇ ਤੇ ਉੱਪਰ ਨੂੰ ਚੁੱਕਿਆ। ਜਦੋਂ ਚੁੱਕਿਆ ਤੇ ਕਹਿਣ ਲੱਗੇ, ਭਾਰੀ ਗੁਰੂ ਹੋਣਗੇ। ਫਿਰ ਗੋਦੀ 'ਚ ਬਿਠਾ ਕੇ ਤੇ ਸਿਰ ਦੇ ਉੱਤੇ ਹੱਥ ਫੇਰਿਆ ਤੇ ਨਾਲੇ ਪਿਆਰ ਦਿੱਤਾ ਤੇ ਨਾਲੇ ਬਚਨ ਕੀਤਾ, ਦੋਹਿਤਾ ਬਾਣੀ ਕਾ ਬੋਹਿਥਾ, ਇਹ ਸਾਡਾ ਦੋਹਤਾ ਬਾਣੀ ਦਾ ਜਹਾਜ਼ ਰਚੇਗਾ, ਬਾਣੀ ਦਾ ਜਹਾਜ਼। ਐਸੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੂੰ ਫਿਰ 1638 ਬਿਕਰਮੀ ਸੰਮਤ ਨੂੰ ਗੁਰਿਆਈ ਦਾ ਤਖਤ ਪ੍ਰਾਪਤ ਹੋਇਆ, ਤੇ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਬੇਅੰਤੀ ਬਖਸ਼ਿਸ਼ਾਂ ਕੀਤੀਆਂ। ਦਰਬਾਰ ਸਾਹਿਬ ਦੀ ਰਚਨਾ ਕਰਵਾਉਣੀ, ਸਰੋਵਰ ਸਾਹਿਬਾਂ ਨੂੰ ਪੱਕਿਆਂ ਕਰਵਾਉਣਾ, ਅੰਮ੍ਰਿਤਸਰ ਸਰੋਵਰ ਸਾਹਿਬ ਨੂੰ ਪੱਕਿਆਂ ਕਰਵਾਉਣਾ, ਪਰਿਕਰਮਾ ਪੱਕੀ ਕਰਵਾਉਣੀ, ਸੰਤੋਖਸਰ ਸਾਹਿਬ ਸਰੋਵਰ ਨੂੰ ਪੱਕਿਆਂ ਕਰਵਾਉਣਾ, ਸ੍ਰੀ ਰਾਮਸਰ ਸਾਹਿਬ ਸਰੋਵਰ ਦੀ ਰਚਨਾ ਕਰਨੀ ਤੇ ਪੱਕਿਆਂ ਕਰਵਾਉਣਾ, ਸ੍ਰੀ ਤਰਨਤਾਰਨ ਸਾਹਿਬ ਸਰੋਵਰ ਦੀ ਰਚਨਾ ਕਰਵਾਉਣੀ। ਔਰ ਗਰੀਬ ਨਵਾਜ ਸਾਹਿਬ ਜੀ ਨੇ ਇਸੇ ਇਲਾਕੇ ਦੇ ਵਿੱਚ ਜਦੋਂ ਚਰਨ ਪਾਏ, ਆਪਣੇ ਸਾਹਿਬਜ਼ਾਦੇ ਨੂੰ ਜਦੋਂ ਵਿਆਹੁਣ ਵਾਸਤੇ ਆਏ ਸਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਤੇ ਇੱਥੇ ਨਮਸਕਾਰ ਕਰਕੇ ਗੁਰੂ ਕੇ ਅਸਥਾਨ ਤੇ ਫਿਰ ਡੱਲੇ ਨਗਰ ਵਿੱਚ ਗਏ ਸਨ, ਤੇ ਡੱਲੇ ਨਗਰ ਵਿੱਚ ਵੀ ਬੌਲੀ ਸਾਹਿਬ ਦੀ ਰਚਨਾ ਕਰਨੀ। ਪੰਚਮ ਪਾਤਸ਼ਾਹ ਜੀ ਨੇ ਟੱਕ ਲਾਉਣਾ, ਭਾਈ ਸਾਲੋ ਤੇ ਆਦਿਕ ਸਿੱਖਾਂ ਨੂੰ ਇਹ ਸੇਵਾ ਬਖਸ਼ਿਸ਼ ਕਰਨੀ, ਉਸ ਰਚਨਾ ਹੋਣੀ। ਔਰ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਨਗਰ ਇਸੇ ਇਲਾਕੇ ਦੇ ਵਿੱਚ ਪੰਚਮ ਪਾਤਸ਼ਾਹ ਜੀ ਨੇ ਵਸਾਉਣਾ, ਤੇ ਦਰਬਾਰ ਸਾਹਿਬ ਦੀ ਰਚਨਾ ਕਰਵਾ ਕਰਕੇ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾ ਕੇ ਦਰਬਾਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕਰਵਾਉਣਾ। ਕਹਿਣ ਤੋਂ ਭਾਵ ਬੇਅੰਤੀ ਬਖਸ਼ਿਸ਼ਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕੀਤੀਆਂ ਹਨ, ਤੇ ਆਪਣੀ ਰਸਨਾ ਤੋਂ 30 ਰਾਗਾਂ ਵਿੱਚ ਜੋ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਉਂਝ ਰਾਗਾਂ ਤੋਂ ਇਲੈਦਾ ਵੀ ਗੁਰੂ ਕੀ ਬਾਣੀ ਹੈ, ਜਿਵੇਂ ਸਹਿਸਕ੍ਰਿਤੀ ਸ਼ਲੋਕ ਆਦਿਕ ਬਾਣੀ ਹੈ, ਜਿਸ ਨੂੰ ਰਾਗ ਮੁਕਤ ਬਾਣੀ ਕਿਹਾ ਜਾਂਦਾ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਇੱਥੇ ਰਾਮਕਲੀ ਰਾਗ ਦੇ ਵਿੱਚ ਉਚਾਰਨ ਕਰਦੇ ਹਨ। ਆਤਮ ਰਾਮ ਸਰਮੈ ਵੇਖ। ਸਤਿਗੁਰੂ ਜੀ ਫਰਮਾਉਂਦੇ ਕਿ ਹੇ ਭਾਈ ਜਗਿਆਸੂ, ਜੋ ਰਾਮ ਹੈ ਨਾ ਸਰਬ ਵਿਆਪਕ ਪਰਮੇਸ਼ਰ, ਉਹ ਆਤਮਾ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ। ਉਹ ਆਤਮ ਰਾਮ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਤੇ ਤੂੰ ਸਾਰਿਆਂ ਦੇ ਵਿੱਚ ਉਸ ਆਤਮ ਰਾਮ ਨੂੰ ਵੇਖਣਾ ਕਰ। ਤੇ ਇਹ ਵਾਹਿਗੁਰੂ ਨੂੰ ਸਾਰਿਆਂ ਵਿੱਚ ਵੇਖਣ ਵਾਲੀ ਜਿਹੜੀ ਦ੍ਰਿਸ਼ਟੀ ਹੈ,
ਇਹ ਕਿੱਥੋਂ ਪ੍ਰਾਪਤ ਹੋਵੇਗੀ? ਇਹ ਗੁਰੂ ਸਾਹਿਬ ਹੀ ਦਿੰਦੇ ਹਨ। ਇਹ ਐਸੀ ਭਾਵਨਾ, ਐਸੀ ਦ੍ਰਿਸ਼ਟੀ ਇਹ ਗੁਰੂ ਸਾਹਿਬ ਜੀ ਦੇ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਫਰਮਾਇਆ ਸੁਖਮਨੀ ਸਾਹਿਬ ਦੇ ਅੰਦਰ ਵੀ ਸਿੱਖਾ, ਜੇ ਤੂੰ ਪਰਮੇਸ਼ਰ ਦੇ ਦਰਸ਼ਨ ਕਰਨਾ ਚਾਹਣਾ ਹੈ ਨਾ ਤੇ ਪੂਰੇ ਗੁਰੂ ਦਾ ਉਪਦੇਸ਼ ਸੁਣਿਆ ਕਰ, ਪੂਰੇ ਗੁਰੂ ਦਾ ਉਪਦੇਸ਼ ਮੰਨਿਆ ਕਰ, ਪੂਰੇ ਗੁਰੂ ਦੇ ਉਪਦੇਸ਼ ਦੇ ਅਨੁਸਾਰ ਹੀ ਹੋ ਕੇ ਚੱਲਣਾ ਕਰ, ਤੇ ਤਾਂ ਪਰਮੇਸ਼ਰ ਦੇ ਦਰਸ਼ਨ ਤੈਨੂੰ ਹੋਣਗੇ। ਸੁਖਮਨੀ ਸਾਹਿਬ ਦੀ ਅਖੀਰਲੀ ਅਸ਼ਟਪਦੀ ਦੇ ਵਿੱਚ ਬਚਨ ਹੈ, ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਫਿਰ ਦੂਰ ਨਹੀਂ ਜਾਣਾ ਪਵੇਗਾ ਤੈਨੂੰ, ਫਿਰ ਨੇੜੇ ਕਰਕੇ ਵੇਖ ਲਵੇਂਗਾ ਪਾਰ ਬ੍ਰਹਮ। ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਨੇੜੇ ਤੋਂ ਨੇੜੇ ਹੈ। ਕਿੰਨਾ ਕੁ ਨੇੜੇ ਹੈ? ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਸਾਹ ਰਗ ਤੋਂ ਵੀ ਨੇੜੇ ਹੈ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇੜਾ ਸਹਜੇ ਹੋਏ ਸੋ ਹੋਈ। ਪਰ ਉਸ ਨੂੰ ਵੇਖਣ ਵਾਸਤੇ ਦ੍ਰਿਸ਼ਟੀ ਜਿਹੜੀ ਉਹ ਪੂਰੇ ਗੁਰੂ ਸਾਹਿਬ ਦੇ ਪਾਸੋਂ ਪ੍ਰਾਪਤ ਹੋਣੀ ਹੈ। ਇੱਕ ਦ੍ਰਿਸ਼ਟੀ ਹੈ ਜਿਹਦੇ ਨਾਲ ਵੇਖਿਆ ਜਾਂਦਾ ਹੈ, ਉਹ ਇੱਕ ਭਾਵਨਾ ਹੈ। ਇੱਕ ਭਾਵਨਾ ਇਨਸਾਨ ਦੇ ਅੰਦਰ ਬਣਦੀ ਹੈ, ਕਿਉਂਕਿ ਦ੍ਰਿਸ਼ਟੀ ਹੈ ਜਿਹਦੇ ਨਾਲ ਮਨੁੱਖ ਆਪਣੇ ਮਾਤਾ ਪਿਤਾ ਨੂੰ ਵੇਖਦਾ ਹੈ। ਦ੍ਰਿਸ਼ਟੀ ਹੈ, ਇੱਕ ਭਾਵਨਾ ਹੈ ਜਿਸ ਨਾਲ ਮਨੁੱਖ ਆਪਣੀ ਪਤਨੀ ਨੂੰ ਵੇਖਦਾ ਹੈ, ਆਪਣੀ ਘਰਵਾਲੀ ਨੂੰ ਵੇਖਦਾ ਹੈ। ਇੱਕ ਦ੍ਰਿਸ਼ਟੀ ਹੈ ਜਿਸ ਦ੍ਰਿਸ਼ਟੀ ਦੇ ਨਾਲ ਆਪਣੀ ਧੀ ਨੂੰ ਵੇਖਦਾ ਹੈ, ਆਪਣੇ ਪੁੱਤਰ ਨੂੰ ਵੇਖਦਾ ਹੈ। ਭਾਵਨਾ ਹੀ ਬਦਲਦੀ ਹੈ ਨਾ। ਸਰੀਰ ਤੇ ਇੱਕੋ ਜਿਹੇ ਆ ਸਾਰਿਆਂ ਦੇ, ਪਰ ਮਾਤਾ ਨੂੰ ਵੇਖਣ ਵਾਲੀ ਦ੍ਰਿਸ਼ਟੀ ਵੱਖਰੀ ਹੈ, ਪਤਨੀ ਨੂੰ ਵੇਖਣ ਵਾਲੀ ਦ੍ਰਿਸ਼ਟੀ ਵੱਖਰੀ ਹੈ, ਧੀ ਨੂੰ ਵੇਖਣ ਵਾਲੀ ਦ੍ਰਿਸ਼ਟੀ ਵੱਖਰੀ ਹੈ। ਉਹ ਵੀ ਇੱਕ ਦ੍ਰਿਸ਼ਟੀ ਹੈ ਨਾ, ਇੱਕ ਭਾਵਨਾ। ਤੇ ਗੁਰੂ ਸਾਹਿਬ ਨੇ ਉਹ ਵੀ ਆਖਿਆ ਵੀ ਜਿਵੇਂ ਆਪਣੀ ਧੀ ਨੂੰ ਵੇਖਦਾ ਹੈ, ਦੂਸਰੇ ਦੀ ਧੀ ਨੂੰ ਵੀ ਉਸ ਦ੍ਰਿਸ਼ਟੀ ਦੇ ਨਾਲ ਵੇਖ, ਆਪਣੀ ਧੀ ਵਾਂਗੂ। ਭਾਈ ਗੁਰਦਾਸ ਸਾਹਿਬ ਜੀ ਦਾ ਭਜਨ ਹੈ ਨਾ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਕਿਵੇਂ ਜਾਣੇਗਾ ਮਾਂ ਦੇ ਤੁੱਲ, ਕਿਵੇਂ ਜਾਣੇਗਾ ਭੈਣ ਦੇ ਤੁੱਲ, ਕਿਵੇਂ ਜਾਣੇਗਾ ਧੀ ਦੇ ਤੁੱਲ? ਜਦੋਂ ਉਹ ਦ੍ਰਿਸ਼ਟੀ ਮਿਲ ਗਈ, ਜਦੋਂ ਭਾਵਨਾ ਮਿਲ ਗਈ। ਕਹਿੰਦੇ ਵੀ ਦ੍ਰਿਸ਼ਟੀ ਬਦਲੇ ਤੇ ਵੇਖਣਾ ਹੀ ਬਦਲ ਜਾਂਦਾ ਹੈ। ਇੱਕ ਪਿਆਰ ਵਾਲੀ ਦ੍ਰਿਸ਼ਟੀ ਹੈ, ਇੱਕ ਨਿਮਰਤਾ ਵਾਲੀ ਦ੍ਰਿਸ਼ਟੀ ਹੈ, ਇੱਕ ਕ੍ਰੋਧ ਵਾਲੀ ਦ੍ਰਿਸ਼ਟੀ ਹੈ, ਇੱਕ ਹੰਕਾਰ ਵਾਲੀ ਦ੍ਰਿਸ਼ਟੀ ਹੈ। ਅੱਖਾਂ ਤੇ ਉਹੀ ਹੁੰਦੀਆਂ ਵਾ, ਭਾਵਨਾ ਹੀ ਬਦਲਦੀ ਹੈ। ਇੱਕ ਪ੍ਰੇਮ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ, ਇੱਕ ਕਰੂਰ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ, ਤੇ ਇੱਕ ਵਾਹਿਗੁਰੂ ਨੂੰ ਵੇਖਣ ਵਾਲੀ ਦ੍ਰਿਸ਼ਟੀ ਹੈ। ਸ਼ਾਸਤਰਕਾਰ ਕਹਿੰਦੇ ਦੋ ਦੋ ਅੱਖਾਂ ਤੇ ਸਾਰਿਆਂ ਦੀਆਂ ਹੀ ਹਨ। ਵਿਦਵਾਨ ਨੂੰ ਤੀਸਰੀ ਅੱਖ ਦਿੱਤੀ ਹੈ। ਕਹਿੰਦੇ ਪੰਡਤ ਦੇ ਕੋਲੇ 7, ਬ੍ਰਹਮ ਗਿਆਨੀ ਕੋਲੇ ਅਨੰਤੀ ਅੱਖਾਂ, ਦੋਏ ਦੋਏ ਲੋਚਨ ਸਰਬਾਨਾ, ਵਿਦਵਾਨਾ ਤ੍ਰਈ ਲੋਚਨਾ, ਪੰਡਤਾਨਾ ਸਪਤਾਨਾ, ਤੇ ਬ੍ਰਹਮ ਗਿਆਨੀ ਅਨੰਤ ਲੋਚਨਾ। ਬ੍ਰਹਮ ਗਿਆਨੀ ਦੇ ਕੋਲੇ ਅਨੇਕਾਂ ਹੀ ਨੇਤਰ ਹਨ, ਤੇ ਇੱਕ ਉਹ ਵੀ ਨੇਤਰ ਹੈ ਜਿਹਦੇ ਨਾਲ ਵਾਹਿਗੁਰੂ ਨੂੰ ਵੇਖਿਆ ਜਾਂਦਾ ਹੈ। ਕਿਉਂਕਿ ਗੁਰੂ ਸਾਹਿਬ ਜੀ ਨੇ ਆਖਿਆ ਉਹ ਅੱਖਾਂ ਗੁਰੂ ਸਾਹਿਬ ਦੇ ਪਾਸੋਂ ਮਿਲਦੀਆਂ ਹਨ ਭਾਈ। ਕਰਤਾਰ ਨੂੰ ਵੇਖਣ ਵਾਲੀਆਂ, ਨਿਰਾਕਾਰ ਨੂੰ ਵੇਖਣ ਵਾਲੀਆਂ, ਜਿਹਦਾ ਰੰਗ ਰੂਪ ਹੀ ਕੋਈ ਨਹੀਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਉਸ ਨੂੰ ਵੇਖਣ ਵਾਲੀ ਜਿਹੜੀ ਦ੍ਰਿਸ਼ਟੀ, ਨਾਨਕ ਸੇ ਅਖੜੀਆਂ ਬਿਆਨ, ਉਹ ਅੱਖਾਂ ਹੋਰ ਹਨ। ਜਿਨੀ ਡਿਸੰਦੋ ਮਾ ਪਿਰੀ, ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਆਰਾ ਉਹ ਪਤੀ ਪਰਮਾਤਮਾ ਵੇਖਿਆ ਜਾਂਦਾ ਹੈ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਉਹ ਗਿਆਨ ਦੀ ਦ੍ਰਿਸ਼ਟੀ, ਉਹ ਸ਼ਰਧਾ ਦੀ ਦ੍ਰਿਸ਼ਟੀ, ਉਹ ਭਾਵਨਾ ਦੀ ਦ੍ਰਿਸ਼ਟੀ ਗੁਰੂ ਸਾਹਿਬ ਦੇ ਪਾਸੋਂ ਲੈ ਕਰਕੇ ਗੁਰਸਿੱਖਾ ਸਰਬ ਮਹਿ ਪੇਖ, ਸਾਰਿਆਂ ਦੇ ਵਿੱਚ ਉਸ ਰਾਮ ਨੂੰ ਵੇਖਣਾ ਕਰ ਜਿਹੜਾ ਆਤਮਾ ਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ। ਸਾਰਿਆਂ ਦੇ ਵਿੱਚ ਆਤਮਾ ਰੂਪ ਹੋ ਕਰਕੇ ਉਹ ਰਾਮ ਹੀ ਵਿਆਪਕ ਹੋ ਰਿਹਾ ਹੈ, ਜਿਸ ਨੂੰ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਹਨ
ਸਭ ਮਹਿ ਜੋਤ ਜੋਤ ਹੈ ਸੋਏ। ਸਾਰਿਆਂ ਦੇ ਵਿੱਚ ਉਹ ਜੋਤੀ ਸਰੂਪ ਦੀ ਜੋਤ ਹੈ। ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਸ ਜੋਤ ਦੇ ਕਰਕੇ ਹੀ ਸਾਰਿਆਂ ਦੇ ਵਿੱਚ ਚਾਨਣਾ ਹੋ ਰਿਹਾ ਹੈ, ਸਾਰਿਆਂ ਵਿੱਚ ਪ੍ਰਕਾਸ਼ ਹੋ ਰਿਹਾ ਹੈ। ਵਾਹਿਗੁਰੂ ਦੀ ਜੋਤ ਦਾ ਹੀ, ਜਿਸ ਨੂੰ ਦਸ਼ਮੇਸ਼ ਪਿਤਾ ਜੀ ਕਹਿੰਦੇ ਹਨ ਕਿ ਉਹ ਜੋਤ ਜਾਗਤ ਜੋਤ ਹੈ, ਸਦਾ ਜਗਦੀ ਜੋਤ ਹੈ, ਜਗਮਗਾਉਂਦੀ ਜੋਤ ਹੈ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਤਾਂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਉਸ ਸਰਬ ਵਿਆਪਕ ਆਤਮ ਰਾਮ ਨੂੰ ਵੇਖ। ਪੂਰਨ ਪੂਰ ਰਹਿਆ ਪ੍ਰਭ ਏਕ। ਜੋ ਪਰਿਪੂਰਨ ਹੈ ਨਾ ਪ੍ਰਮਾਤਮਾ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਮੁਕੰਮਲ ਸੀ, ਉਹ ਪੂਰਨ ਸੀ। ਤੇ ਸ੍ਰਿਸ਼ਟੀ ਦੀ ਰਚਨਾ ਤੋਂ ਬਾਅਦ ਵੀ ਜਦੋਂ ਰਚਨਾ ਕਰ ਦਿੱਤੀ, ਵਰਤਮਾਨ ਕਾਲ ਵਿੱਚ ਵੀ ਉਹ ਪੂਰਨ ਹੈ। ਉਹਦੇ ਵਿੱਚ ਕਦੀ ਨਿਊਨਤਾਪਣ ਤੇ ਆਉਂਦਾ ਹੀ ਨਹੀਂ ਹੈ। ਹਰੇਕ ਕਿਰਤ ਉਹ ਪੈਦਾ ਹੁੰਦੀ ਹੈ, ਵੱਧਦੀ ਹੈ, ਘਟਦੀ ਹੈ, ਸਮਾਪਤ ਹੋ ਜਾਂਦੀ ਹੈ। ਹਰੇਕ ਮਨੁੱਖ ਦਾ ਸਰੀਰ 40 ਸਾਲਾਂ ਤੀਕ ਵੱਧਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਖਿਆ, 10 ਬਾਲ ਤਨ 20 ਰਵਣ ਤੀਸਾ ਕਾ ਸੁੰਦਰ ਕਹਾਵੇ 40 ਸੀ ਪੁਰ ਹੋਏ। ਜਿੰਨਾ ਸਰੀਰ ਦਾ ਆਕਾਰ ਵਧਣਾ ਫੁੱਲਣਾ ਹੈ ਨਾ, ਉਹ 40 ਤੀਕ ਪੂਰਾ ਹੋ ਜਾਂਦਾ ਹੈ। 40 ਤੋਂ ਬਾਅਦ ਨਹੀਂ ਵੱਧਦਾ, ਫਿਰ ਘਟਦਾ ਹੈ। 85 ਪੱਗ ਖਿਸੈ 60 ਕੇ ਬੁੱਢੇ ਪਾਇਆਵੈ। 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੈ। 90 ਕਾ ਸਿਹਜ ਆਸਨੀ ਮੂਲ ਨਾ ਜਾਣੇ ਆਪ ਬਲ। ਟੰਡੋਲਮ ਢੂਣਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ। ਕਦੀ ਜਨਮ ਹੈ ਸਰੀਰ ਦਾ, ਕਦੀ ਮਰਨ ਹੈ, ਕਦੀ ਵੱਧਦਾ ਹੈ, ਕਦੀ ਘਟਦਾ ਹੈ। ਇੱਕ ਰਸ ਨਹੀਂ ਹੈ, ਪਰ ਉਹ ਪਰਿਪੂਰਨ ਪਰਮਾਤਮਾ ਪੂਰਨ ਹੈ, ਮੁਕੰਮਲ ਹੈ, ਇੱਕ ਰਸ ਹੈ। ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਨਾ ਉਹ ਘਟਦਾ ਹੈ ਨਾ ਵੱਧਦਾ ਹੈ। ਜਿਸ ਨੂੰ ਬਾਬਾ ਜੀ ਨੇ ਆਖਿਆ ਸਦਾ ਸਲਾਮਤ ਹੈ। ਸਦਾ ਸਲਾਮਤ ਇਸ ਕਰਕੇ ਹੈ ਵੀ ਨਾ ਉਹ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਘਟਦਾ ਹੈ, ਸ੍ਰਿਸ਼ਟੀ ਨੂੰ ਰਚ ਕੇ ਵੀ ਉਹ ਬੁੱਢਾ ਨਹੀਂ ਹੁੰਦਾ, ਤੇ ਸ੍ਰਿਸ਼ਟੀ ਦੀ ਸਮਾਪਤੀ ਕਰਨ ਤੋਂ ਬਾਅਦ ਵੀ ਉਹ ਥੱਕਦਾ ਨਹੀਂ ਹੈ। ਉਹ ਸਦਾ ਇੱਕ ਰਸ ਹੀ ਰਹਿੰਦਾ ਹੈ। ਜਪਜੀ ਸਾਹਿਬ ਜੀ ਆਖਿਆ ਮਹਾਰਾਜ ਕਹਿੰਦੇ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਸਦਾ ਹੀ ਸਲਾਮਤ ਹੈ, ਇੱਕ ਰਸ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਪਰਮੇਸ਼ਰ ਹੈ ਤੇ ਸਾਰੇ ਥਾਵਾਂ ਦੇ ਉੱਤੇ ਉਹ ਪੂਰ ਰਹਿਆ, ਵਿਆਪਕ ਹੋ ਰਿਹਾ ਹੈ। ਪ੍ਰਭ ਏਕ ਹੈ, ਪ੍ਰਭੂ ਇੱਕੋ ਹੀ। ਏਕੋ ਕਰਕੇ ਵੀ ਅਨੇਕਾਂ ਰੂਪ ਹੋ ਕਰਕੇ ਸਾਰੀਆਂ ਥਾਵਾਂ ਤੇ ਵਿਆਪਕ ਹੈ। ਇੱਕ ਹੀ ਹੈ। ਜਿਸ ਨੂੰ ਕੋਈ ਰਾਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਗੁਸਈਆਂ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਉਹ ਇੱਕ ਹੀ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਮਾਰੇ ਕਹਿੰਦੇ ਪੂਰਨ ਪੂਰ ਰਹਿਆ ਪ੍ਰਭ ਏਕ। ਉਹ ਪ੍ਰਭੂ ਇੱਕ ਸਾਰੇ ਪਰਿਪੂਰਨ ਹੋ ਰਿਹਾ ਹੈ, ਸਾਰਿਆਂ ਵਿੱਚ ਵਿਆਪਕ ਹੈ। ਇਹ ਪਿਆਰਿਆ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਾਰੀ ਸ੍ਰਿਸ਼ਟੀ ਵਿੱਚ ਤੱਕਣਾ ਕਰ, ਜਰੇ ਜਰੇ ਵਿੱਚ ਉਸ ਦੀ ਜੋਤ ਨੂੰ ਵੇਖਣਾ ਕਰ। ਭਗਤ ਕਬੀਰ ਸਾਹਿਬ ਜੀ ਨੇ ਉਸ ਜੋਤ ਨੂੰ ਵੇਖਿਆ, ਉਸ ਪੂਰਨ ਪੂਰ ਰਹਿਆ ਪ੍ਰਭ ਏਕ ਨੂੰ ਵੇਖਿਆ। ਜਿਸ ਵੇਲੇ ਉਸ ਦੇ ਦੀਦਾਰ ਕੀਤੇ ਤੇ ਫਿਰ ਕਹਿ ਦਿੱਤਾ, ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲਹੁ ਭਾਈ,
ਖਾਲਿਕ ਖਲਕ ਖਲਕ ਮਹਿ ਖਾਲਿਕ, ਪੂਰ ਰਹਿਓ ਸਰਬ ਠਾਈ। ਸਾਰੀ ਖਲਕਤ ਵਿੱਚ ਉਹ ਖਲਕਤ ਦਾ ਮਾਲਕ ਖਾਲਕ ਵਿਆਪਕ ਹੋ ਰਿਹਾ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ। ਨਾਨਕ ਏਕ ਓੰਕਾਰ ਮਾਰੇ, ਕਹਿੰਦੇ ਸਭ ਥਾਵਾਂ ਤੇ ਪ੍ਰਭੂ ਵਿਆਪਕ ਹੈ। ਰਤਨ ਅਮੋਲ ਰਤਨ ਜਾਨ। ਤੇ ਉਸ ਵਾਹਿਗੁਰੂ ਜੀ ਦਾ ਨਾਮ ਰੂਪੀ ਰਤਨ ਅਮੋਲਕ ਹੈ, ਜਿਸ ਦਾ ਮੁੱਲ ਨਹੀਂ ਕੋਈ ਪਾ ਸਕਦਾ। ਹਰੇਕ ਵਸਤੂ ਦਾ ਮੁੱਲ ਪੈ ਜਾਂਦਾ ਹੈ, ਕੀਮਤ ਪੈ ਜਾਂਦੀ ਹੈ, ਪਰ ਵਾਹਿਗੁਰੂ ਜੀ ਦਾ ਜੋ ਨਾਮ ਰੂਪੀ ਰਤਨ ਹੈ ਨਾ, ਉਹ ਅਮੋਲਕ ਹੈ, ਉਹਦਾ ਮੁੱਲ ਕੋਈ ਨਹੀਂ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਉਹਦੀ ਕੀਮਤ ਹੀ ਨਹੀਂ ਕੋਈ ਜਾਣ ਸਕਦਾ। ਤੇ ਮਹਾਰਾਜ ਕਹਿੰਦੇ ਉਹ ਹਿਰਦੇ ਦੇ ਵਿੱਚ ਉਸ ਨੂੰ ਜਾਣ। ਪ੍ਰਭੂ ਦਾ ਨਾਮ ਰੂਪੀ ਰਤਨ ਤੇਰੇ ਹਿਰਦੇ ਵਿੱਚ ਹੈ। ਆਪਣੀ ਬਸਤ ਤੂੰ ਆਪ ਪਛਾਣ। ਤੇ ਉਹ ਪ੍ਰਭੂ ਦਾ ਨਾਮ ਜੋ ਹੈ ਨਾ, ਉਹ ਤੇਰੀ ਆਪਣੀ ਵਸਤੂ ਹੈ, ਉਹ ਆਤਮ ਵਸਤੂ ਤੇਰੀ ਆਪਣੀ ਵਸਤੂ ਹੈ। ਤੇ ਉਸ ਨੂੰ ਤੂੰ ਆਪ ਪਛਾਣ। ਆਪਣੇ ਆਪੇ ਨੂੰ, ਆਪਣੀ ਵਸਤੂ ਨੂੰ, ਨਾਮ ਨੂੰ ਤੂੰ ਆਪ ਪਛਾਨਣਾ ਕਰ, ਗੁਰੂ ਕੇ ਸ਼ਬਦ ਦੇ ਨਾਲ ਅੰਤਰਮੁਖ ਹੋ ਕੇ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ। ਉਸ ਸ਼ਬਦ ਰਤਨ ਨੂੰ, ਨਾਮ ਰਤਨ ਨੂੰ ਤੂੰ ਪਛਾਣ। ਮਹਾਰਾਜ ਕਹਿੰਦੇ ਤੂੰ ਪਛਾਣਿਆ ਨਹੀਂ ਹੈ ਉਸ ਆਪਣੀ ਵਸਤੂ ਨੂੰ, ਜਿਹੜੀ ਤੇਰੇ ਅੰਦਰ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਉਹ ਨੌ ਨਿਧੀਆਂ ਦਾ ਖਜ਼ਾਨਾ ਅਮਰ ਕਰਨ ਵਾਲਾ ਜੋ ਨਾਮ ਹੈ, ਉਹ ਇਸ ਤੇਰੀ ਦੇਹ ਦੇ ਵਿੱਚ ਰੱਖਿਆ ਹੈ ਕਰਤਾ ਪੁਰਖ ਨੇ। ਤੇ ਉੱਥੇ ਤੂੰ ਕਿਵੇਂ ਪਹੁੰਚੇਗਾ? ਗੁਰੂ ਕੇ ਸ਼ਬਦ ਨੂੰ ਜਪ ਜਪ ਕੇ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਫਿਰ ਨਾਮ ਅੰਮ੍ਰਿਤ ਨੂੰ ਪੀਵੇਂਗਾ ਤੂੰ। ਉਹ ਅੰਦਰ ਹੀ ਰੱਖਿਆ ਹੈ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਸ਼ਬਦ ਦੀ ਲੱਜ ਦੇ ਨਾਲ ਅੰਦਰੋਂ ਹਿਰਦੇ ਰੂਪੀ ਖੂਹ ਵਿੱਚੋਂ ਨਾਮ ਅੰਮ੍ਰਿਤ ਨੂੰ ਤੂੰ ਕੱਢ ਕੇ ਪੀ ਸਕਦਾ ਹੈ। ਉਹ ਤੇਰੀ ਆਪਣੀ ਵਸਤੂ ਹੈ। ਬਾਕੀ ਜਿਹੜੀਆਂ ਵਸਤੂਆਂ, ਸੰਸਾਰੀ ਵਸਤੂਆਂ ਨੂੰ ਤੂੰ ਆਪਣੀਆਂ ਮੰਨੀ ਬੈਠਾ ਹੈ, ਇਹ ਤੂੰ ਛੱਡ ਕੇ ਚਲੇ ਜਾਣਾ ਹੈ। ਇਸ ਘਰ ਨੂੰ, ਇਸ ਸਰੀਰ ਨੂੰ, ਇਸ ਪਦਾਰਥ ਨੂੰ ਮਾਰੇ ਕਹਿੰਦੇ ਤੂੰ ਛੱਡ ਕੇ ਚਲੇ ਜਾਣਾ। ਭਾਈ ਇਹ ਤੇਰੀਆਂ ਆਪਣੀਆਂ ਵਸਤੂਆਂ ਨਹੀਂ ਹਨ। ਤੇਰੀ ਆਪਣੀ ਵਸਤੂ ਉਹ ਹੈ ਜਿਹੜੀ ਤੇਰੇ ਅੰਦਰ ਰੱਖੀ ਹੈ ਕਰਤਾ ਪੁਰਖ ਨੇ। ਆਸਾ ਕੀ ਵਾਰ ਦਾ ਕੀਰਤਨ ਹੋਇਆ ਤੇ ਇਹਦੇ ਚ ਮਹਾਰਾਜ ਸਾਹਿਬ ਜੀ ਨੇ ਇੱਕ ਪੌੜੀ ਚ ਫਰਮਾਇਆ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਇਹ ਕੱਪੜੇ ਵੀ ਇੱਥੇ ਰਹਿ ਜਾਣਗੇ। ਇਹ ਸਰੀਰ ਨੂੰ ਵੀ ਕੱਪੜਾ ਆਖਿਆ, ਇਹ ਕੱਪੜਾ ਵੀ ਇੱਥੇ ਹੀ ਰਹਿ ਜਾਵੇਗਾ। ਇਹ ਰੂਪ ਸੁਹਾਵਣਾ ਵੀ ਇੱਥੇ ਹੀ ਰਹਿ ਜਾਵੇਗਾ। ਤੇ ਤੈਨੂੰ ਜਾਣਾ ਪੈਣਾ ਅੱਗੇ। ਬਾਕੀ ਸਭ ਕੁਝ ਇੱਥੇ ਛੱਡ ਕੇ, ਛੱਡ ਦੁਨੀਆ ਅੰਦਰ ਜਾਵਣਾ, ਅੱਗੇ ਜਾਣਾ ਪੈਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੈ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਇਹ ਤੇਰੀਆਂ ਆਪਣੀਆਂ ਵਸਤੂਆਂ ਨਹੀਂ। ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ। ਉਹ ਆ ਡੇਰਾ ਕਾ ਸੰਜਮੋ, ਗੁਰ ਕੈ ਸ਼ਬਦ ਪਛਾਨ। ਉਸ ਡੇਰੇ ਨੂੰ ਜਿੱਥੇ ਤੂੰ ਜਾਣਾ ਹੈ, ਮਹਾਰਾਜ ਕਹਿੰਦੇ ਗੁਰੂ ਕੇ ਸ਼ਬਦ ਦੇ ਰਾਹੀਂ ਪਛਾਨਣਾ ਕਰ। ਤੇਰੇ ਅੰਦਰ ਜਿਹੜੀ ਵਸਤੂ ਰੱਖੀ ਹੈ ਕਰਤਾਰ ਨੇ ਨਾਮ ਦੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਸ ਆਪਣੀ ਵਸਤੂ ਨੂੰ ਤੂੰ ਆਪ ਪਛਾਣ, ਉਹਨੂੰ ਸਮਝ। ਪੀ ਅੰਮ੍ਰਿਤ ਸੰਤਨ ਪ੍ਰਸਾਦ। ਇਹ ਭਾਈ ਉਸ ਅੰਮ੍ਰਿਤ ਨੂੰ ਪੀਣਾ ਕਰ। ਨਾਮ ਅੰਮ੍ਰਿਤ ਹੈ, ਅੰਮ੍ਰਿਤ ਨੂੰ ਪੀਣਾ ਕਰ। ਕਿਵੇਂ ਪੀਵੇਂਗਾ? ਸੰਤਨ ਪ੍ਰਸਾਦ, ਸੰਤਾਂ ਦੀ ਕਿਰਪਾ ਦੇ ਨਾਲ, ਗੁਰੂ ਕੀ ਕਿਰਪਾ ਦੇ ਨਾਲ। ਤੇ ਗੁਰੂ ਕੇ ਪਿਆਰੇ ਗੁਰਮੁਖਾਂ ਸੰਤਾਂ ਭਗਤਾਂ ਦੀ ਸੰਗਤ ਕਰਕੇ, ਉਹਨਾਂ ਸੰਤਾਂ ਦੀ ਕਿਰਪਾ ਦੇ ਨਾਲ, ਉਹਨਾਂ ਦੀ ਸੰਗਤ ਕਰਕੇ ਜਦੋਂ ਨਾਮ ਦੇ ਨਾਲ ਜੁੜੇਗਾ ਤੇ ਫਿਰ ਨਾਮ ਅੰਮ੍ਰਿਤ ਪੀਣਾ ਨਸੀਬ ਹੋਵੇਗਾ। ਜਿੱਥੇ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ ਪੂਰੇ ਗੁਰੂ ਦਾ ਉਪਦੇਸ਼ ਸੁਣ, ਉੱਥੇ ਨਾਲ ਇਹ ਵੀ ਆਖਿਆ ਵੀ ਸੰਤ ਜਨਾਂ ਦੀ ਚਰਨ ਧੂੜੀ ਵੀ ਲੈ। ਜਿਹੜੇ ਨਾਮ ਜਪਦੇ ਆ ਨਾ, ਪੂਰੇ ਗੁਰੂ ਤੋਂ ਉਪਦੇਸ਼ ਲੈ ਕਰਕੇ ਉਹਨਾਂ ਸੰਗਤ ਦੀ, ਗੁਰਸਿੱਖਾਂ ਦੀ ਚਰਨ ਧੂੜੀ ਵੀ ਪ੍ਰਾਪਤ ਕਰ। ਹੰਕਾਰ ਛੱਡ ਕੇ ਨਿਮਰਤਾ ਦੇ ਵਿੱਚ ਵੀ ਆ।
ਪੂਰੇ ਗੁਰ ਕਾ ਸੁਣਿ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰਹੁ ਗੋਬਿੰਦ, ਮਣਿ ਅੰਤਰ ਕੀ ਉਤਰੈ ਜਿੰਦ। ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਸੰਤ ਜਨਾ ਕੀ ਧੂਰ। ਇਸ ਕਰਕੇ ਸੰਤ ਜਨਾ ਸਿਮਰਨ ਕਰਨ ਵਾਲਿਆਂ ਦੇ ਕਿਰਪਾ ਦੇ ਨਾਲ, ਪ੍ਰਸਾਦ ਨਾਮ ਹੈ ਕਿਰਪਾ ਦਾ, ਸੰਤਨ ਪ੍ਰਸਾਦ। ਸਿਮਰਨ ਕਰਨ ਵਾਲਿਆਂ ਦੀ ਕਿਰਪਾ ਦੇ ਨਾਲ ਤੂੰ ਅੰਮ੍ਰਿਤ ਨੂੰ ਪੀਣਾ ਕਰ। ਵੱਡਾ ਭਾਗ ਹੋਵੇ ਤਾਂ ਪਾਈਐ। ਪਰ ਮਹਾਰਾਜ ਕਹਿੰਦੇ ਭਾਈ, ਬੰਦਗੀ ਵਾਲਿਆਂ ਦੀ ਸੰਗਤ ਜੇ ਵੱਡੇ ਭਾਗ ਹੋਣ ਤੇ ਤਾਂ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਨਹੀਂ ਹੁੰਦੀ। ਵੱਡੇ ਹੀ ਭਾਗ ਹੋਣ ਤਾਂ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ, ਤੇ ਤਾਂ ਗੁਰੂ ਕੇ ਸਿੱਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਜੇ ਵੱਡੇ ਹੀ ਭਾਗ ਹੋਣ। ਕਿਉਂਕਿ ਗੁਰਬਾਣੀ 'ਚ ਮਹਾਰਾਜ ਆਪ ਸਦਕੇ ਜਾਂਦੇ, ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੇ ਜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਮ ਜਪਣ ਵਾਲਿਆਂ ਤੋਂ ਤਾਂ ਅਸੀਂ ਸਦਾ ਹੀ ਕੁਰਬਾਨ ਜਾਂਦੇ ਹਾਂ, ਸਦਾ ਹੀ ਸਦਕੇ ਜਾਂਦੇ ਹਾਂ। ਤੇ ਆਪਣੇ ਗੁਰਸਿੱਖਾਂ ਦੇ ਉੱਤੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਜਿਵੇਂ ਭਾਈ ਮਰਦਾਨਾ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀਆਂ ਰਹਿਮਤਾਂ ਕੀਤੀਆਂ। ਇਸੇ ਧਰਤੀ ਦੇ ਉੱਤੇ ਜਦੋਂ ਗਰੀਬ ਨਵਾਜ ਸਾਹਿਬ ਜੀ ਦਾ ਮੰਗਣਾ ਹੋਇਆ, ਉਸ ਮੌਕੇ ਤੇ ਵੀ ਭਾਈ ਮਰਦਾਨਾ ਜੀ ਆਏ। ਮਹਾਰਾਜ ਸਾਹਿਬ ਜੀ ਦੇ ਵਿਆਹ ਦੇ ਮੌਕੇ ਤੇ ਵੀ, ਆਨੰਦ ਕਾਰਜ ਦੇ ਮੌਕੇ ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਉਹ ਗਾਥਾ ਲਿਖੀ ਹੈ। ਆਖਿਆ, ਮਹਾਰਾਜ ਅਨੇਕਾਂ ਲਾਗੀਆਂ ਨੇ ਲਾਗ ਲਿਆ ਹੈ, ਤੇ ਮੈਂ ਤੇ ਤੁਹਾਡੇ ਘਰ ਦਾ ਮਰਾਸੀ ਹਾਂ, ਬੇਦੀ ਖਾਨਦਾਨ ਦਾ ਮਰਾਸੀ ਹਾਂ, ਤੇ ਮੈਨੂੰ ਵੀ ਕੋਈ ਲਾਗ ਦਿਓ। ਤੇ ਜਗਤ ਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮਰਦਾਨਿਆਂ ਦੱਸ ਕੀ ਮੰਗਦਾ ਹੈ, ਜੋ ਮੰਗੇ ਉਹ ਦਈਏ। ਤੇ ਨਾਲ ਹੀ ਬਚਨ ਕਹਿ ਦਿੱਤਾ, ਮਰਦਾਨਿਆਂ ਕਈ ਵਾਰੀ ਦਾਤ ਵੱਡੀ ਮਿਲਣੀ ਹੁੰਦੀ ਹੈ ਤੇ ਇਨਸਾਨ ਥੋੜਾ ਮੰਗ ਲੈਂਦਾ ਹੈ, ਇਹ ਆਪਣੀ ਭਾਵਨਾ ਦੇ ਨਾਲ ਥੋੜਾ ਮੰਗ ਲੈਂਦਾ ਹੈ, ਤੇ ਕਰਤਾਰ ਵੱਲੋਂ ਦਾਤ ਵੱਡੀ ਮਿਲਣੀ ਹੁੰਦੀ ਹੈ, ਇਹਦੀ ਮੰਗ ਛੋਟੀ ਹੋ ਜਾਂਦੀ ਹੈ। ਫਿਰ ਭਾਈ ਮਰਦਾਨਾ ਜੀ ਨੇ ਆਖਿਆ, ਮਹਾਰਾਜ ਤੁਸੀਂ ਆਪਣੀ ਖੁਸ਼ੀ ਨਾਲ ਜੋ ਦੇਣਾ ਚਾਹੁੰਦੇ ਹੋ ਉਹ ਦੇ ਦਿਓ। ਤੇ ਕਹਿਣ ਲੱਗੇ, ਮਰਦਾਨਿਆਂ ਤੈਨੂੰ ਤਾਰ ਦਾ ਗੁਣ ਦਿੱਤਾ। ਇਹ ਲਿਖਿਆ ਭਾਈ ਸਾਹਿਬ ਜੀ ਨੇ ਕਿ ਉਸ ਵੇਲੇ ਮਹਾਰਾਜ ਜੀ ਨੇ ਖੁਸ਼ੀ ਵਿੱਚ ਆ ਕੇ ਭਾਈ ਮਰਦਾਨਾ ਜੀ ਨੂੰ ਤੰਤੀ ਸਾਜ਼ਾਂ ਦੀ ਬਖਸ਼ਿਸ਼ ਕੀਤੀ ਹੈ। ਇਹ ਰਾਗ ਦਾ ਗੁਣ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ। ਆਖਿਆ, ਮਰਦਾਨਿਆਂ ਤੈਨੂੰ ਤਾਰ ਦਾ ਗੁਣ ਦਿੱਤਾ, ਕਿਉਂਕਿ ਤਾਰ ਹੀ ਹੁੰਦੀ ਹੈ ਨਾ ਰਬਾਬ ਤੇ ਜਿਹੜੀ ਵੱਜਦੀ ਹੈ, ਉਹ ਤਾਰ ਹੀ ਹੈ। ਉਹਨੂੰ ਤੰਤੀ ਸਾਜ਼ ਕਹਿ ਜਾਂਦੇ ਆ, ਤਾਰ ਨਾਲ ਵੱਜਣ ਵਾਲੇ। ਆਖਿਆ, ਮਰਦਾਨਿਆਂ ਤੈਨੂੰ ਤਾਰ ਦਾ ਗੁਣ ਦਿੱਤਾ। ਇਹ ਬਖਸ਼ਿਸ਼ ਮਹਾਰਾਜ ਸਾਹਿਬ ਜੀ ਨੇ ਕੀਤੀ। ਭਾਈ ਬਾਲਾ ਜੀ ਉੱਤੇ ਵੀ ਇਸੇ ਨਗਰੀ ਵਿੱਚ ਮੋਦੀਖਾਨਾ ਕਰਦੇ ਆ, ਜਿੱਥੇ ਅਨੇਕਾਂ ਦੀਆਂ ਝੋਲੀਆਂ ਭਰੀਆਂ, ਉੱਥੇ ਭਾਈ ਬਾਲਾ ਜੀ ਤੇ ਵੀ ਬਖਸ਼ਿਸ਼ ਕੀਤੀ। ਮਹਾਰਾਜ ਸਾਹਿਬ ਕਹਿੰਦੇ, ਭਾਈ ਬਾਲਿਆ ਤੈਨੂੰ ਸੰਤੋਖ ਦਿੱਤਾ। ਤੇ ਜਿਹਨੂੰ ਗੁਰੂ ਸਾਹਿਬ ਸੰਤੋਖ ਦੇ ਦੇਣ, ਸਾਰੀ ਦੁਨੀਆ ਦੀ ਦੌਲਤ ਤੋਂ ਵੱਡੀ ਦੌਲਤ ਆ ਸੰਤੋਖ। ਕਿਉਂਕਿ ਸਾਰੀ ਦੁਨੀਆ ਦੀ ਦੌਲਤ ਵੀ ਮਿਲ ਜਾਵੇ ਤੇ ਬੰਦੇ ਦੀ ਤ੍ਰਿਸ਼ਨਾ ਨਹੀਂ ਰੱਜਦੀ, ਪਰ ਜੇ ਗੁਰੂ ਸਾਹਿਬ ਕਿਰਪਾ ਕਰਕੇ ਸੰਤੋਖ ਦੇ ਦੇਣ ਤੇ ਰਜਾ ਦਿੰਦੇ ਹਨ। ਮਹਾਰਾਜ ਸਾਹਿਬ ਜੀ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਰਾਜਾ ਵੀ ਨਹੀਂ ਰੱਜਦਾ। ਮਹਾਰਾਜ ਕਹਿੰਦੇ ਨਾ, ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆ ਭਾਰ। ਭੁੱਖੇ ਬੰਦੇ ਦੀ ਭੁੱਖ ਨਹੀਂ ਉਤਰਦੀ, ਭਾਵੇਂ ਚੌਹਾਂ ਚੱਕਾਂ ਦੇ ਪਦਾਰਥ ਮਿਲ ਜਾਣ, ਪਰ ਜੇ ਸਤਿਗੁਰੂ ਸੰਤੋਖ ਦੇ ਦੇਣ ਤੇ ਰਜਾ ਦਿੰਦੇ ਹਨ। ਪਰ ਇਹ ਦਾਤ ਵੱਡਿਆਂ ਭਾਗਾਂ ਦੇ ਨਾਲ ਮਿਲਦੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਵੱਡੇ ਭਾਗ ਹੋਣ ਤੇ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ। ਬਿਨ ਜੀਵਾ ਕਿਆ ਜਾਣੈ ਸਵਾਦ। ਇਹ ਭਾਈ, ਇਹ ਅੰਮ੍ਰਿਤ ਪੀਣ ਦਾ ਸਵਾਦ ਬਿਨਾਂ ਜੀਭ ਤੋਂ ਕੋਈ ਕੀ ਜਾਣ ਸਕਦਾ ਹੈ। ਭਾਵ ਜਿੰਨਾ ਚਿਰ ਜੀਭ ਦੇ ਨਾਲ ਜਪਦਾ ਨਹੀਂ ਹੈ ਨਾ, ਉਹਨਾਂ ਚਿਰ ਸਵਾਦ ਨਹੀਂ ਆਉਣਾ। ਜਿਵੇਂ ਕਿਸੇ ਪਦਾਰਥ ਦਾ ਸਵਾਦ ਉਹਨਾਂ ਚਿਰ ਨਹੀਂ ਆਉਂਦਾ ਜਿੰਨਾ ਚਿਰ ਇਸ ਰਸਨਾ ਨੂੰ ਨਾ ਲੱਗੇ। ਇਹਦਾ ਨਾਂ ਹੀ ਰਸਨਾ ਤਾਂ ਰੱਖਿਆ ਹੈ ਕਿਉਂਕਿ ਇਹ ਰਸਾਂ ਨੂੰ ਚੱਖਦੀ ਤਾਂ ਹੀ ਪਤਾ ਲੱਗਦਾ ਕੋਈ ਮਿੱਠਾ ਹੈ ਕਿ ਲੂਣ ਵਾਲਾ ਹੈ।
ਹੱਥ ਲਾਇਆ ਤੇ ਪਤਾ ਨਹੀਂ ਲੱਗਦਾ, ਤੇ ਸਰੀਰ ਦਾ ਹੋਰ ਕੋਈ ਅੰਗ ਲਾਇਆ ਤਾਂ ਨਹੀਂ ਪਤਾ ਲੱਗਦਾ ਸਵਾਦ ਦਾ। ਸਵਾਦ ਰਸਨਾ ਹੀ ਦੱਸਦੀ ਹੈ ਵੀ ਲੂਣ ਘੱਟ ਹੈ, ਮਿੱਠਾ ਜ਼ਿਆਦਾ ਹੈ, ਸਵਾਦ ਕਿਹੋ ਜਿਹਾ ਹੈ, ਫਿੱਕਾ ਹੈ ਕਿ ਮਿੱਠਾ ਹੈ। ਤੇ ਨਾਮ ਦਾ ਸਵਾਦ ਵੀ ਰਸਨਾ ਤੋਂ ਹੀ ਸ਼ੁਰੂ ਹੋਣਾ ਹੈ। ਮਹਾਰਾਜ ਕਹਿੰਦੇ ਬਿਨ ਜਿਹਵਾ ਕਿਆ ਜਾਣੈ ਸਵਾਦ। ਜਿੰਨਾ ਚਿਰ ਕੋਈ ਜੀਭਾ ਦੇ ਨਾਲ ਜਪਦਾ ਨਹੀਂ ਵਾਹਿਗੁਰੂ ਦੇ ਨਾਮ ਨੂੰ, ਉਹਨਾਂ ਚਿਰ ਉਹ ਕੀ ਨਾਮ ਦਾ ਸਵਾਦ ਜਾਣ ਸਕਦਾ ਹੈ। ਜਦੋਂ ਨਾਮ ਰਸਨਾ ਦੇ ਨਾਲ ਜਪੇਗਾ ਤੇ ਫਿਰ ਹੀ ਨਾਮ ਦਾ ਸਵਾਦ ਪ੍ਰਾਪਤ ਹੋਵੇਗਾ। ਇੱਕ ਤਾਂ ਇਹ ਬਾਹਰ ਦੀ ਰਸਨਾ, ਇਹ ਚੰਮ ਦੀ ਰਸਨਾ, ਇੱਕ ਆਖਿਆ ਪ੍ਰੀਤ ਰੂਪੀ ਰਸਨਾ। ਜਿੱਥੇ ਇਸ ਰਸਨਾ ਨਾਲ ਜਪਣਾ ਉੱਥੇ ਪ੍ਰੀਤ ਰੂਪੀ ਰਸਨਾ ਵੀ ਪ੍ਰਾਪਤ ਹੋਵੇ ਤੇ ਤਾਂ ਹੀ ਨਾਮ ਦਾ ਸਵਾਦ ਪ੍ਰਾਪਤ ਹੁੰਦਾ ਹੈ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, 8-10 ਵੇਦ ਸੁਣੇ ਕਹਿ ਡੋਰਾ। ਗਰੀਬ ਨਵਾਜ ਕਹਿੰਦੇ 18 ਪੁਰਾਣ ਤੇ 4 ਵੇਦ। ਜਿਹੜਾ ਡੋਰਾ ਹੈ ਨਾ, ਬੋਲਾ ਹੈ, ਉਹ ਕਿਵੇਂ ਸੁਣ ਸਕਦਾ ਹੈ? ਬੋਲੇ ਨੂੰ ਤਾਂ ਸੁਣਦਾ ਹੀ ਨਹੀਂ, ਉਹਦੇ ਕੰਨ ਨਹੀਂ ਕੰਮ ਕਰਦੇ, ਕੁਦਰਤੀ ਕੰਨ ਨਹੀਂ ਕੰਮ ਕਰਦੇ। ਤੇ ਉਹ ਜਿਹੜਾ ਡੋਰਾ ਹੈ, ਬੋਲਾ ਹੈ, ਉਹ 8 ਤੇ 10 18 ਜਿਹੜੇ ਪੁਰਾਣ ਹਨ ਉਹਨਾਂ ਨੂੰ ਤੇ ਵੇਦਾਂ ਨੂੰ, ਉਹਨਾਂ ਦੇ ਉਪਦੇਸ਼ ਨੂੰ ਕਿਵੇਂ ਸੁਣ ਸਕਦਾ ਹੈ? ਨਹੀਂ ਸੁਣ ਸਕਦਾ ਹੈ। ਤੋ ਇਸੇ ਪ੍ਰਕਾਰ ਜਿਹਦੇ ਪਾਸ ਸ਼ਰਧਾ ਤੇ ਵਿਸ਼ਵਾਸ ਦੇ ਕੰਨ ਨਹੀਂ ਹਨ, ਉਹ ਵੀ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਸੁਣ ਸਕਦਾ। ਕੋਟ ਪ੍ਰਕਾਸ਼ ਨਾ ਦਿਸੈ ਅੰਧੇਰਾ। ਮਹਾਰਾਜ ਕਹਿੰਦੇ ਭਾਵੇਂ ਕਰੋੜਾਂ ਸੂਰਜ ਚੜ ਜਾਣ, ਇੰਨਾ ਪ੍ਰਕਾਸ਼ ਹੋ ਜਾਵੇ ਸੰਸਾਰ ਦੇ ਵਿੱਚ, ਪਰ ਜਿਸ ਦੀਆਂ ਅੱਖਾਂ ਨਹੀਂ ਕੰਮ ਕਰਦੀਆਂ ਉਹਨੂੰ ਉਹ ਚਾਨਣਾ ਨਹੀਂ ਦਿਸਦਾ ਹੈ। ਉਹ ਤਾਂ ਇੱਕ ਚਾਨਣ ਨੂੰ ਨਹੀਂ ਵੇਖ ਸਕਦਾ, ਇੱਕ ਸੂਰਜ ਦੇ ਪ੍ਰਕਾਸ਼ ਨੂੰ, ਤੇ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਨੂੰ ਕਿਵੇਂ ਵੇਖ ਸਕਦਾ? ਭਾਵੇਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਵੇ, ਪਰ ਜਿਹਦੀਆਂ ਅੱਖਾਂ ਅੱਗੇ ਹੀ ਹਨੇਰਾ ਹੈ, ਜਿਹਦੀਆਂ ਅੱਖਾਂ ਹੀ ਕੰਮ ਨਹੀਂ ਕਰਦੀਆਂ, ਉਹਦੇ ਅੱਖਾਂ ਅੱਗੇ ਹਨੇਰਾ ਹੀ ਰਹਿਣਾ ਹੈ, ਉਹਨੂੰ ਚਾਨਣਾ ਨਹੀਂ ਦਿਸਦਾ ਹੈ। ਪਸ਼ੂ ਪ੍ਰੀਤ ਕਾਲ ਸੰਗ ਰਚਾ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਜਿਹੜੇ ਨੇਤਰ ਵਾ ਨਾ, ਉਹ ਮਨ ਤੇ ਬੁੱਧ ਦਾ ਵੀ ਨੇਤਰ ਹੈ। ਇੱਕ ਪ੍ਰਤੱਖਰ 2 ਨੇਤਰ ਹਨ ਤੇ ਇੱਕ ਮਨ ਤੇ ਬੁੱਧ ਦੇ ਨੇਤਰ ਹਨ। ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਗਿਆਨ ਦੀਆਂ ਸਲਾਈਆਂ ਪਾਉਣ, ਉਹਨਾਂ ਨੂੰ ਇਹ ਚਾਨਣਾ ਦੀਦਾ ਹੈ, ਸ਼ਬਦ ਦਾ ਚਾਨਣਾ, ਗਿਆਨ ਦਾ ਚਾਨਣਾ। ਗਿਆਨ ਸੁਲਾਕਾਂ ਦੈ ਬੁੱਧ ਲੋਚਨ ਕਰ ਹੈ, ਆਤਮ ਗਿਆਨ ਵਿਮੋਚਨ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼। ਤਾਂ ਕਿ ਮਹਾਰਾਜ ਕਹਿੰਦੇ ਪਸ਼ੂ ਪ੍ਰੀਤ ਘਾਸ ਸੰਗ ਰਚੈ। ਜਿਹੜਾ ਪਸ਼ੂ ਹੈ ਨਾ, ਉਹਦੀ ਪ੍ਰੀਤ ਘਾਹ ਪੱਠੇ ਦੇ ਨਾਲ ਹੀ ਹੁੰਦੀ ਹੈ, ਉਹ ਘਾਹ ਦੇ ਨਾਲ ਹੀ ਰਚਿਆ ਮਿਚਿਆ ਰਹਿੰਦਾ ਹੈ। ਉਹਨੂੰ ਉਹਦੇ ਅੱਗੇ ਜੇ ਸੋਨਾ ਪਾ ਦਈਏ, ਭਾਵੇਂ ਚਾਂਦੀ ਪਾ ਦਈਏ, ਉਹਨੇ ਸੋਨਾ ਥੋੜਾ ਖਾਣਾ। ਜਿਹੜਾ ਪਸ਼ੂ ਉਹ ਸੋਨਾ ਨਹੀਂ ਖਾਂਦਾ, ਇਹ ਉਹ ਘਾਹ ਹੀ ਖਾਂਦਾ ਹੈ। ਇਹ ਵੀ ਬਚਨ ਗੁਰਬਾਣੀ ਚ ਮਹਾਰਾਜ ਨੇ ਕਹੇ, ਗਰੀਬ ਨਵਾਜ ਸਾਹਿਬ ਨੇ ਬਚਨ ਕਹੇ ਹਨ ਧੁਰ ਕੀ ਬਾਣੀ ਚ। ਮਹਾਰਾਜ ਕਹਿੰਦੇ ਚੌਣੇ ਸੋਨਾ ਪਾਈਐ, ਚੁਣ ਚੁਣ ਖਾਵੇ ਘਾਸ। ਚੌਣੇ ਸੋਨਾ ਪਾਈਐ, ਜੇ ਸੋਨਾ ਪਾ ਦਈਏ ਨਾ ਚੌਣੇ ਪਸ਼ੂ ਨੂੰ, ਤੇ ਉਹ ਸੋਨਾ ਨਹੀਂ ਖਾਂਦਾ ਹੈ, ਉਹਨੇ ਤੇ ਉਹਦੀ ਖੁਰਾਕ ਪੱਠੇ, ਉਹਨੇ ਪੱਠੇ ਹੀ ਖਾਣੇ। ਇਸੇ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਕਿ ਇਹ ਜੀਵ ਦੀ ਜਿਹੜੀ ਬਿਰਤੀ ਹੈ ਨਾ, ਇਹ ਪਸ਼ੂ ਵਰਗੀ ਬਣ ਰਹੀ ਹੈ। ਇਹ ਪ੍ਰਭੂ ਪਰਮੇਸ਼ਰ ਦੀ ਬੰਦਗੀ ਛੱਡ ਕਰਕੇ ਵਿਕਾਰਾਂ ਰੂਪੀ ਘਾਹ ਦੇ ਨਾਲ ਹੀ ਰਚਿਆ ਰਹਿੰਦਾ ਹੈ। ਜਿਸ ਨਹੀਂ ਬੁਝਾਵੈ ਸੋ ਕਿਤ ਵਿਦ ਬੁਝੈ। ਤੇ ਜਿਸ ਨੂੰ ਵਾਹਿਗੁਰੂ ਜੀ ਆਪ ਨਾ ਬੁਝਾਉਣ, ਉਹ ਕਿਸ ਵਿਧੀ ਨਾਲ ਬੁਝ ਸਕਦਾ ਹੈ? ਆਪਣੇ ਆਪ ਆਪਣੇ ਹੱਥ ਨਾਲ ਨਹੀਂ ਕੋਈ ਸਮਝ ਸਕਦਾ, ਆਪਣੇ ਯਤਨ ਨਾਲ ਕੋਈ ਨਹੀਂ ਬੁਝ ਸਕਦਾ ਹੈ। ਬੁਝ ਉਹੀ ਸਕਦਾ ਹੈ ਜਿਸ ਨੂੰ ਗੁਰੂ ਸਾਹਿਬ ਜੀ ਆਪ ਬੁਝਾਉਣ, ਆਪ ਸਮਝਾਉਣ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਆਪਣੇ ਹੱਥ ਦੇ ਨਾਲ ਕੋਈ ਨਹੀਂ ਬੁਝ ਸਕਦਾ, ਉਹੀ ਬੁਝ ਸਕਦਾ ਹੈ ਜਿਸ ਨੂੰ ਗੁਰੂ ਸਾਹਿਬ ਜੀ ਆਪ ਬੁਝਾ ਦੇਣ, ਆਪ ਸਮਝਾ ਦੇਣ। ਜਾਣਨ ਹਾਰ ਰਹਿਆ ਪ੍ਰਭ ਜਾਣ। ਗਰੀਬ ਨਵਾਜ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਪ੍ਰਭੂ ਉਹ ਜਾਣਨ ਹਾਰ ਹੈ, ਸਭ ਕੁਝ ਜਾਣਦਾ ਹੈ। ਉਹ ਜਾਣਨ ਹਾਰ ਪ੍ਰਭੂ ਸਭ ਕੁਝ ਜਾਣ ਰਿਹਾ ਹੈ, ਸਭ ਜੀਵਾਂ ਦੇ ਤਾਈਂ। ਓਤ ਓਤ ਪੋਤ ਭਗਤਨ ਸੰਗਾਨ। ਤੇ ਉਹ ਭਗਤਾਂ ਦੇ ਨਾਲ ਇਸ ਤਰ੍ਹਾਂ ਮਿਲਿਆ ਹੋਇਆ ਹੈ, ਇਸ ਤਰ੍ਹਾਂ ਜਿਵੇਂ ਓਤ ਪੋਤ, ਜਿਵੇਂ ਤਾਣੇ ਪੇਟੇ ਦੀ ਸਾਂਝ ਹੁੰਦੀ ਹੈ।
ਆ ਕੱਪੜਾ ਉਣਿਆ ਜਾਂਦਾ ਹੈ ਨਾ, ਇੱਕ ਪਾਸੇ ਦੇ ਧਾਗੇ ਨੂੰ ਤਾਣਾ ਕਿਹਾ ਜਾਂਦਾ ਹੈ, ਦੂਸਰੇ ਪਾਸੇ ਜਿਹੜਾ ਧਾਗਾ ਵਿੱਚ ਮੇਲਿਆ ਜਾਂਦਾ ਉਹਨੂੰ ਪੇਟਾ ਕਿਹਾ ਜਾਂਦਾ ਹੈ। ਭਾਵੇਂ ਕੱਪੜਾ ਹੈ, ਭਾਵੇਂ ਮੰਜਾ ਉਣਿਆ ਜਾਂਦਾ ਹੈ, ਭਾਵੇਂ ਦਰੀ ਉਣੀ ਜਾਂਦੀ ਹੈ, ਇੱਕ ਪਾਸੇ ਦਾ ਧਾਗਾ ਤਾਣਾ ਤੇ ਦੂਜੇ ਪਾਸੇ ਦਾ ਪੇਟਾ। ਓਤ ਪੋਤ, ਜਿਵੇਂ ਉਹ ਇੱਕ ਦੂਸਰੇ ਦੇ ਨਾਲ ਹੈ ਓਤ ਪ੍ਰੋਤ ਹੋਏ ਪਏ, ਮਿਲੇ ਹੋਏ ਗਹਿ ਗੱਚ। ਤੇ ਆਪਣੀ ਭਗਤੀ ਕਰਨ ਵਾਲਿਆਂ ਭਗਤਾਂ ਦੇ ਸੰਗਾਨ ਸੰਗ ਪਰਮਾਤਮਾ ਇੰਜ ਮਿਲਿਆ ਹੋਇਆ ਹੈ। ਇੰਨੀ ਗੂੜੀ ਸਾਂਝ ਹੈ, ਤਾਣੇ ਪੇਟੇ ਵਾਲੀ ਸਾਂਝ ਹੈ ਭਗਤਾਂ ਦੇ ਨਾਲ ਪਰਮਾਤਮਾ ਦੀ। ਉਂਝ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ, ਪਰ ਮਹਾਰਾਜ ਕਹਿੰਦੇ ਉੱਥੇ ਗੁਪਤ ਹੈ। ਸਾਰੀ ਸ੍ਰਿਸ਼ਟੀ ਵਿੱਚ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਆਪ, ਸਾਰੀ ਸ੍ਰਿਸ਼ਟੀ ਦੇ ਵਿੱਚ ਆਤਮ ਰਾਮ ਹੋ ਕੇ ਬੈਠਾ ਵੀ ਆਪ ਹੈ, ਪਰ ਉੱਥੇ ਗੁਪਤ ਬੈਠਾ ਹੋਇਆ ਹੈ। ਜਿਵੇਂ ਸਾਰੀ ਧਰਤੀ ਵਿੱਚ ਪਾਣੀ ਹੈ, ਪਰ ਕਿਤੇ ਬੜਾ ਡੂੰਘਾ ਹੈ, ਕਿਤੇ ਥੋੜਾ ਜਿਹਾ ਉੱਚਾ ਹੈ, ਛੇਤੀ ਬੋਰ ਕਰਨ ਨਾਲ ਨਿਕਲ ਆਉਂਦਾ ਹੈ, ਤੇ ਕਈਆਂ ਥਾਵਾਂ ਤੇ ਉੱਤੇ ਹੀ ਦਰਿਆ ਬਣ ਕੇ ਵਗਦਾ ਪਿਆ ਹੈ। ਉਹ ਭਗਤਾਂ ਦੇ ਵਿੱਚ ਪ੍ਰਤੱਖ ਹੀ ਹੋਇਆ ਪਿਆ ਹੈ, ਭਗਤਾਂ ਦੇ ਨਾਲ ਜ਼ਿਆਦਾ ਹੀ ਘੁਲਿਆ ਮਿਲਿਆ ਹੋਇਆ ਹੈ, ਤੇ ਭਗਤਾਂ ਦੀ ਵਿਸ਼ੇਸ਼ ਕਰਕੇ ਰੱਖਿਆ ਕਰਦਾ ਹੈ। ਤਾਂ ਹੀ ਗੁਰਬਾਣੀ ਚ ਆਖਿਆ, ਹਰ ਜੁਗ ਜੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਮਹਾਰਾਜ ਕਹਿੰਦੇ ਤਾਣੇ ਪੇਟੇ ਦੀ ਤਰ੍ਹਾਂ ਭਗਤਾਂ ਦਾ ਸੰਗੀ ਹੈ। ਵਿਗਸ ਵਿਗਸ ਆਪਣਾ ਪ੍ਰਭ ਗਾਵੈ। ਕਿਉਂਕਿ ਭਗਤ ਪ੍ਰਸੰਨ ਹੋ ਕੇ, ਬੜੀ ਖੁਸ਼ੀ ਨਾਲ, ਖੇੜ ਖੇੜ ਕੇ, ਬਿਗਸ ਬਿਗਸ ਕੇ, ਖੁਸ਼ੀ ਦੇ ਨਾਲ ਆਪਣੇ ਪ੍ਰਭੂ ਨੂੰ ਗਾਉਂਦੇ ਹਨ। ਉਹ ਬੱਧਾ ਚੱਟੀ ਨਹੀਂ ਗਾਉਂਦੇ। ਇੱਕ ਹੁੰਦਾ ਹੈ ਵੀ ਬੱਧਾ ਚੱਟੀ ਕੰਮ ਪੂਰਾ ਕਰਨਾ ਹੈ ਜੀ, ਤੇ ਮਹਾਰਾਜ ਕਹਿੰਦੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਉਹ ਲੇਖੇ 'ਚ ਨਹੀਂ ਪੈਂਦਾ ਹੈ। ਪਰਮੇਸ਼ਰ ਦੇ ਪਿਆਰੇ ਤੇ ਬਿਗਸ ਬਿਗਸ ਕੇ, ਖੁਸ਼ੀ ਦੇ ਨਾਲ, ਚਾਅ ਦੇ ਨਾਲ, ਖੇੜੇ ਦੇ ਨਾਲ ਆਪਣੇ ਪ੍ਰਭੂ ਨੂੰ ਗਾਉਂਦੇ ਰਹਿੰਦੇ ਹਨ। ਨਾਨਕ ਤਿਨ ਜਮ ਨੇੜ ਨ ਆਵੈ। ਤੇ ਜਿਹੜੇ ਖੁਸ਼ੀ ਨਾਲ ਬਿਗਸ ਬਿਗਸ ਕੇ ਆਪਣੇ ਪ੍ਰਭੂ ਨੂੰ ਗਾਉਂਦੇ ਆ, ਉਹਨਾਂ ਦੇ ਨੇੜੇ ਜਮ ਨਹੀਂ ਆਉਂਦਾ ਹੈ। ਕੋਨੀ ਪੜੀ ਚਲੋ ਅਗਲਾ। ਰਾਮ ਕਲੇ ਮਹੱਲਾ ਪੰਜਵਾ। ਅਗਲੇ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਦੀਨੋ ਨਾਮ ਕਿਓ ਪਵਿੱਤ। ਰਾਮ ਕਲੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਹਿਮਤ ਵਰਤਾਉਂਦੇ ਆ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣਾ ਨਾਮ ਦੇ ਦਿੱਤਾ ਨਾ, ਤੇ ਨਾਮ ਨੇ ਉਹਨਾਂ ਨੂੰ ਫਿਰ ਪਵਿੱਤਰ ਕਰ ਦਿੱਤਾ। ਨਾਮ ਵਿੱਚ ਏਡੀ ਵੱਡੀ ਤਾਕਤ ਹੈ ਕਿ ਨਾਮ ਪਾਪੀ ਨੂੰ ਪਵਿੱਤਰ ਕਰ ਦਿੰਦਾ ਹੈ। ਭਗਤ ਨਾਮਦੇਵ ਸਾਹਿਬ ਜੀ ਨੇ ਆਖਿਆ, ਜਿਨ੍ਹਾਂ ਨੇ ਨਾਮ ਜਪਿਆ ਉਹ ਭਾਵੇਂ ਕਿੱਡੇ ਵੱਡੇ ਕਲੰਕੀ ਸੀ, ਨਾਮ ਨੇ ਉਹਨਾਂ ਦਾ ਕਲੰਕ ਧੱਬਾ ਧੋ ਕੇ ਰੱਖ ਦਿੱਤਾ ਤੇ ਉਹਨਾਂ ਨੂੰ ਪਵਿੱਤਰ ਕਰ ਦਿੱਤਾ। ਭਗਤ ਜੀ ਸਵਾਲ ਕਰਦੇ, ਉਹ ਕਹਿੰਦੇ ਦੱਸੋ ਜਿਨੇ ਨਾਮ ਜਪਿਆ ਤੇ ਉਹਦਾ ਕਲੰਕ ਨਾ ਧੋਤਾ ਗਿਆ ਹੋਵੇ। ਕੋਈ ਨਾਮ ਜਪੇ ਸਹੀ ਭਾਵਨਾ ਦੇ ਨਾਲ, ਨਾਮ ਜਨਮਾਂ ਜਨਮਾਂਤਰਾਂ ਦੀ ਮੈਲ ਧੋ ਦਿੰਦਾ, ਨਾਮ ਕਲੰਕ ਧੋ ਕੇ ਰੱਖ ਦਿੰਦਾ। ਕੌਣ ਕੋ ਕਲੰਕ ਰਹਿਓ, RAM ਨਾਮ ਲੇਤ ਹੀ, ਪਤਤ ਪਵਿੱਤ ਭਏ RAM ਕਹਿਤ ਹੀ। ਨਾਵੇਂ ਪਾਤਸ਼ਾਹ ਨੇ ਆਖਿਆ, ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਲਈ, ਉਹ ਗਣਕਾ ਵੀ ਉਧਰ ਗਈ, ਉਹ ਅਜਾਮਲ ਵੀ ਉਧਰ ਗਿਆ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਧਰੀ, ਤਾਕੋ ਜਾਸਿ ਉਰ ਧਾਰੋ। ਅਟਲ ਭਇਓ ਧਰੂ ਜਾ ਕੇ, ਸਿਮਰਨ ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾ ਲਓ ਬਰਨੋ, RAM ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੇ, ਅਜਾਮਲ ਪਾਪ ਕਰਕੇ ਪਾਪੀ ਹੋਇਆ, ਜਗ ਜਾਣਦਾ ਇਸ ਗੱਲ ਨੂੰ। ਪਰ ਇਸ ਗੱਲ ਨੂੰ ਵੀ ਜਗ ਜਾਣਦਾ ਵਾ ਵੀ ਜਦੋਂ ਉਹਨੇ ਨਾਮ ਜਪਿਆ ਆਪਣੇ ਪੁੱਤਰ ਦੇ ਬਹਾਨੇ, ਤੇ ਫਿਰ ਇੱਕ ਨਿਮਖ ਵਿੱਚ ਹੀ ਭਲਾ ਹੋ ਗਿਆ। ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰਹਿ ਪਾਰਾ। ਪੰਚਮ ਪਾਤਸ਼ਾਹ ਕਹਿੰਦੇ, ਦੀਨੋ ਨਾਮ ਕੀਓ ਪਵਿੱਤ। ਜਿਨ੍ਹਾਂ ਨੂੰ ਨਾਮ ਦੇ ਦਿੱਤਾ ਪ੍ਰਭੂ ਨੇ, ਉਹਨਾਂ ਨੂੰ ਪਵਿੱਤਰ ਕਰ ਦਿੱਤਾ। ਉਹ ਚੋਰਾਂ ਤੋਂ ਸਾਧ ਬਣ ਗਏ। ਭੂਮੀਆਂ ਚੋਰ ਚੋਰ ਨਾ ਰਿਹਾ,
ਸੰਤ ਬਣ ਗਿਆ। ਸੱਜਣ ਠੱਗ ਸੰਤ ਬਣ ਗਿਆ। ਕੌਡਾ ਰਾਖਸ਼ ਰਾਖਸ਼ ਨਾ ਰਿਹਾ, ਦੇਵਤਾ ਬਣਾ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦੇ ਕੇ। ਹਰ ਤਨ ਰਾਸ ਨਰਾਸ ਏ ਬਿਤ। ਇਹ ਭਾਈ ਜਿਹੜੇ ਨਾਮ ਜਪਦੇ ਉਹਨਾਂ ਨੂੰ ਹਰ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਉਹਨਾਂ ਨੂੰ ਰਾਸੀ, ਇਹ ਪੂੰਜੀ ਪ੍ਰਾਪਤ ਹੋ ਜਾਂਦੀ ਹੈ ਹਰ ਧਨ ਦੀ, ਤੇ ਉਹ ਸੰਸਾਰੀ ਧਨ ਵੱਲੋਂ ਨਿਰਾਸ਼ਾ ਧਾਰਨ ਕਰਦੇ ਹਨ। ਭਾਵ ਸੰਸਾਰੀ ਧਨ ਤੋਂ ਉੱਪਰ ਉੱਠ ਜਾਂਦੇ ਹਨ, ਉਪਰਾਮਤਾ ਦੇ ਸਹਿਤ ਹੋ ਜਾਂਦੇ ਹਨ। ਕਾਟੇ ਬੰਦ ਹਰ ਸੇਵਾ ਲਾਏ। ਜਿਨ੍ਹਾਂ ਦੇ ਭਾਏ ਹੰਗਤਾ ਮਮਤਾ ਦੀ ਜਿਹੜੀ ਰੱਸੀ ਪਈ ਹੋਈ ਹੈ, ਬੰਧਨ ਪਿਆ ਹੋਇਆ, ਉਹ ਕੱਟ ਦਿੱਤੀ ਹੈ ਮਹਾਰਾਜ ਨੇ ਫਾਈ ਹੰਗਤਾ ਮੰਗਤਾ ਦੀ, ਤੇ ਹਰੀ ਪਰਮੇਸ਼ਰ ਦੀ ਸੇਵਾ ਵਿੱਚ ਲਾ ਦਿੱਤੇ। ਹਰ ਹਰ ਭਗਤ ਰਾਮ ਗੁਣ ਗਾਏ। ਉਹ ਹਰ ਥਾਂ ਤੇ ਵਸਣ ਵਾਲੇ, ਹਰੇਕ ਨੂੰ ਹਰੇ ਭਰੇ ਕਰਨ ਵਾਲੇ ਦੀ ਭਗਤੀ ਕਰਦੇ ਆ, ਤੇ ਰਾਮ ਪਰਮੇਸ਼ਰ ਦੇ ਗੁਣ ਗਾਉਂਦੇ। ਜਿਹੜਾ ਰਮਿਆ ਹੋਇਆ ਹੈ ਵਾਹਿਗੁਰੂ, ਉਸ ਦੇ ਗੁਣ ਗਾਉਂਦੇ ਰਹਿੰਦੇ ਹਨ। ਬਾਜੇ ਅਨਹਦ ਬਾਜਾ। ਤੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਇੱਕ ਰਸ ਹੱਦ ਤੋਂ ਰਹਿਤ ਨਾਮ ਦੇ ਵਾਜੇ ਵੱਜਦੇ। ਸਤਨਾਮ ਵਾਹਿਗੁਰੂ ਨਾਮ ਦੇ ਵਾਜੇ ਉਹਨਾਂ ਦੇ ਹਿਰਦੇ ਵਿੱਚ ਵੱਜਦੇ ਹਨ। ਰਸਕ ਰਸਕ ਗੁਣ ਗਾਵੇ ਹਰ ਜਨ। ਹਰੀ ਦੇ ਜਨ ਰਸ ਲੈ ਲੈ ਕੇ, ਰਸਕ ਬਣ ਕਰਕੇ, ਰਸੀਏ ਬਣ ਬਣ ਕੇ, ਰਸਾ ਰਸਾ ਕੇ ਪ੍ਰਭੂ ਦੇ ਗੁਣ ਗਾਉਂਦੇ ਹਨ। ਆਪਣਾ ਗੁਰਦੇਵ ਨਿਵਾਜਾ। ਕਿਉਂਕਿ ਆਪਣੇ ਗੁਰੂ ਦੇਵ ਨੇ ਉਹਨਾਂ ਦੇ ਉੱਤੇ ਮਿਹਰਾਮਤ ਕੀਤੀ ਹੈ, ਗਰੀਬ ਨਿਵਾਜੀ ਕੀਤੀ ਹੈ, ਨਿਵਾਜਿਸ਼ ਕੀਤੀ, ਉਹਨਾਂ ਨੂੰ ਨਿਵਾਜ ਦਿੱਤਾ ਹੈ। ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਏ ਬਣਿਓ ਪੂਰਬਲਾ ਭਾਗ। ਇਹ ਭਾਈ ਇਹ ਪੂਰਬਲਾ ਹੀ ਭਾਗ ਆ ਬਣਿਆ ਹੈ, ਪੂਰਬਲਾ ਹੀ ਕਰਮ ਜਾਗ ਪਿਆ ਹੈ। ਜਨਮ ਜਨਮ ਕਾ ਸੋਇਆ ਜਾਗ। ਗੁਰੂ ਕੀ ਕਿਰਪਾ ਹੋਈ ਹੈ, ਕੋਈ ਪੂਰਬਲਾ ਚੰਗਾ ਭਾਗ ਜਾਗਿਆ, ਇਸ ਕਰਕੇ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਮਨ ਜਾਗ ਪਿਆ ਹੈ। ਸੁੱਤਾ ਹੋਇਆ ਸੀ ਇਹ ਜੀਵ ਕਈਆਂ ਜਨਮਾਂ ਦਾ, ਨੀਂਦ ਆਈ ਪਈ ਸੀ ਇਹਨੂੰ, ਅਗਿਆਨਤਾ ਦੀ, ਅਵਿਦਿਆ ਦੀ ਨੀਂਦ। ਤੇ ਜਦੋਂ ਗੁਰੂ ਸਾਹਿਬ ਜੀ ਨੇ ਆਵਾਜ਼ ਦਿੱਤੀ ਨਾ ਆਪਣੇ ਸ਼ਬਦ ਦੇ ਰਾਹੀਂ, ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਤੇ ਗੁਰੂ ਕੀ ਰਹਿਮਤ ਦੇ ਨਾਲ, ਗੁਰੂ ਕੀ ਗਰੀਬ ਨਵਾਜੀ ਦੇ ਨਾਲ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਮਨ ਜਾਗ ਪਿਆ। ਇਹਨੂੰ ਗਿਆਨ ਰੂਪੀ ਜਾਗ ਖੁੱਲ ਗਈ। ਗਏ ਗਲਾਨ ਸਾਧਕਾ ਸੰਗ। ਤੇ ਜਦੋਂ ਗੁਰੂ ਕੇ ਪਿਆਰੇ ਸਾਧੂਆਂ ਦਾ ਸੰਗ ਕੀਤਾ, ਤੇ ਫਿਰ ਹਿਰਦੇ ਵਿੱਚੋਂ ਗਲਾਨੀ ਚਲੇ ਗਈ। ਜਿਹੜੀ ਘਿਰਨਾ ਕਰਦਾ ਸੀ, ਨਫ਼ਰਤ ਕਰਦਾ ਸੀ, ਨੱਕ ਚੜਾਉਂਦਾ ਸੀ ਦੂਜੇ ਤੋਂ, ਦੂਜੇ ਨੂੰ ਮਾੜਾ ਸਮਝਦਾ ਸੀ, ਆਪਣੇ ਆਪ ਨੂੰ ਹੀ ਚੰਗਾ ਸਮਝਦਾ ਸੀ, ਜਦੋਂ ਸਾਧ ਸੰਗਤ ਕੀਤੀ ਤੇ ਫਿਰ ਸਮਝ ਆਈ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਵੀ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ, ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਕਰਤਾ ਪੁਰਖ ਹੈ, ਤੇ ਸਾਰੀ ਸ੍ਰਿਸ਼ਟੀ ਉਹਦੀ ਕਿਰਤ ਹੈ। ਫਿਰ ਇਹ ਸਮਝ ਆਈ ਤੇ ਫਿਰ ਗਲਾਨੀ ਕਰਨੀ ਛੱਡ ਦਿੱਤੀ, ਘਿਰਨਾ ਕਰਨੀ ਛੱਡ ਦਿੱਤੀ। ਛੱਡੀ ਉਦੋਂ ਜਦੋਂ ਸਾਧੂ ਦਾ ਸੰਗ ਪ੍ਰਾਪਤ ਹੋਇਆ। ਮਨ ਤਨ ਰੰਗੋ ਹਰ ਕਾ ਰੰਗਾ। ਫਿਰ ਮਨ ਤੇ ਤਨ ਰੰਗਿਆ ਗਿਆ ਜਦੋਂ ਹਰੀ ਦੇ ਨਾਲ ਪ੍ਰੇਮ ਕੀਤਾ। ਜਦੋਂ ਪ੍ਰੇਮ ਨਾਲ ਨਾਮ ਜਪਿਆ ਨਾ, ਫਿਰ ਮਨ ਨੂੰ ਵੀ ਰੰਗ ਚੜ ਗਿਆ ਨਾਮ ਦਾ, ਤੇ ਸਰੀਰ ਨੂੰ ਵੀ ਰੰਗ ਚੜ ਗਿਆ। ਰਾਖੇ ਰਾਖਣ ਹਾਰ ਦਿਆਲ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਉਹ ਰਾਖਣ ਹਾਰ ਦਇਆ ਦੇ ਘਰ ਪਰਮੇਸ਼ਰ ਨੇ ਆਪਣੇ ਪਿਆਰਿਆਂ ਦੀ ਰੱਖਿਆ ਕੀਤੀ ਹੈ। ਨਾ ਕਿਛ ਸੇਵਾ ਨਾ ਕਿਛ ਕਾਲ। ਤੇ ਨਾ ਕੁਝ ਸੇਵਾ ਵੇਖੀ ਹੈ, ਤੇ ਨਾ ਉਹਨਾਂ ਦੀ ਕੋਈ ਕਰੜੀ ਘਾਲਣਾ ਹੀ ਵੇਖੀ ਹੈ। ਕਿਉਂਕਿ ਜਦੋਂ ਵਾਹਿਗੁਰੂ ਰੱਖਿਆ ਕਰਦੇ, ਬਖਸ਼ਿਸ਼ ਕਰਦੇ ਆ, ਉਸ ਵੇਲੇ ਉਹ ਆਪਣੇ ਮਿਹਰ ਦੇ ਘਰ ਵਿੱਚ ਆ ਕੇ ਵੀ ਬਖਸ਼ਿਸ਼ਾਂ ਕਰ ਦਿੰਦੇ ਹਨ। ਜਿਵੇਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ, ਤੇ ਸਭ ਤੋਂ ਪਹਿਲਾ ਦਰਸ਼ਨ ਦੌਲਤਾ ਦਾਈ ਨੇ ਕੀਤਾ, ਤੇ ਦਰਸ਼ਨ ਪਹਿਲਾਂ ਹੀ ਕਰਕੇ ਨਿਹਾਲ ਹੋ ਗਈ। ਹੁਣ ਉਹਨੂੰ ਕੋਈ ਪੜ੍ਹਾਈ ਥੋੜਾ ਪੜ੍ਹਾਈ ਉਸ ਵੇਲੇ, ਉਹਦੇ ਤੇ ਸਿਰਫ ਮਿਹਰ ਹੀ ਕਰ ਦਿੱਤੀ ਮਹਾਰਾਜ ਸਾਹਿਬ ਜੀ। ਉਦੋਂ ਤਾਂ ਹਲੇ ਬੋਲਣ ਵੀ ਨਹੀਂ ਲੱਗੇ, ਕਿਉਂਕਿ ਜੋ ਸੰਸਾਰੀ ਕਿਰਿਆ ਹੈ ਕਿ ਜਿੰਨੀ ਕੁ ਉਮਰ ਹੋਵੇ ਤੇ ਫਿਰ ਬਾਲਕ ਬੋਲਣ ਲੱਗਦਾ ਹੈ। ਹੁਣ ਬਾਲਕ ਰੂਪ ਵਿੱਚ ਪਹਿਲਾ ਹੀ ਦੇਣ ਹੈ, ਤੇ ਬੋਲੇ ਨਹੀਂ, ਸਿਰਫ ਖਿੜਖੜਾ ਕੇ ਹੱਸੇ ਹੀ ਆ। ਤੇ ਦੌਲਤਾ ਦਾਈ ਨੇ ਉਹ ਪਹਿਲਾ ਦਰਸ਼ਨ ਕੀਤਾ, ਤੇ ਉਹ ਰੱਜ ਗਈ।
ਜਦੋਂ ਪਿਤਾ ਮਹਿਤਾ ਕਲਿਆਣ ਚੰਦ ਜੀ ਮਾਇਆ ਦੇਣ ਲੱਗੇ ਸੀ ਨਾ, ਜਦੋਂ ਆ ਕੇ ਵਧਾਈ ਦਿੱਤੀ ਵੀ ਮਹਿਤਾ ਜੀ ਬਾਲਕ ਹੋਇਆ ਹੈ, ਤੇ ਪੈਸੇ ਦੇਣ ਲੱਗੇ, ਮੋਹਰਾਂ ਦੇਣ ਲੱਗੇ, ਉਹਨੇ ਕਿਹਾ ਰਹਿਣ ਦੇਵੇ, ਰਹਿਣ ਦੇ ਮਹਿਤਾ, ਮੈਂ ਤੇ ਰੱਜ ਗਈ ਆ। ਪਿਤਾ ਨੇ ਖਿਆਲ ਕੀਤਾ ਵੀ ਸ਼ਾਇਦ ਥੋੜੀ ਮਾਇਆ ਹੋਵੇਗੀ, ਖਿਆਲ ਕਰਦੀ ਹੋਵੇਗੀ ਵੀ ਜ਼ਿਆਦਾ ਹੀ ਮਿਲੇ, ਹੋਰ ਦੇਣ ਲੱਗੇ। ਉਹਨੇ ਕਿਹਾ ਨਹੀਂ, ਮੈਂ ਰੱਜ ਗਈ ਆ। ਹੁਣ ਕਿਸ ਤਰ੍ਹਾਂ ਰੱਜ ਗਈ ਆ, ਉਹ ਰੱਜਣ ਦਾ ਉਹਨੂੰ ਵੀ ਨਹੀਂ ਪਤਾ, ਉਹ ਅੰਦਰੋਂ ਹੀ ਰੱਜ ਗਈ ਆ। ਉਹ ਗੁਰੂ ਕੀ ਮਿਹਰ ਨੇ ਅੰਦਰੋਂ ਉਹਨੂੰ ਰਜਾ ਦਿੱਤਾ। ਜਿਸ ਨੂੰ ਮਹਾਰਾਜ ਨੇ ਆਖਿਆ ਅੰਦਰ ਦੀ ਤ੍ਰਿਪਤੀ ਜਿਸ ਨੂੰ ਆ ਜਾਵੇ ਉਹਦੀਆਂ ਭੁੱਖਾਂ ਹੀ ਮਿਟ ਜਾਂਦੀਆਂ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਤੇ ਗੁਰੂ ਸਾਹਿਬ ਜੀ ਉਪਦੇਸ਼ ਦੇ ਕੇ ਹੀ ਨਹੀਂ ਤਾਰਦੇ, ਕਿਸੇ ਨੂੰ ਦ੍ਰਿਸ਼ਟੀ ਨਾਲ ਵੀ ਤਾਰ ਦਿੰਦੇ ਆ। ਨਜ਼ਰ ਭਰ ਕੇ ਹੀ ਤੱਕ ਲੈਣ ਤੇ ਤਾਰ ਦਿੰਦੇ। ਜਿਵੇਂ ਕੌਡੇ ਰਾਖਸ਼ ਉੱਤੇ ਮਿਹਰ ਕੀਤੀ, ਜਿਵੇਂ ਮਹਾਰਾਜ ਨੇ ਕੌੜੇ ਰੀਠੇ ਵੱਲੇ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਿਆ ਤੇ ਉਹਨੂੰ ਮਿੱਠਾ ਕਰ ਦਿੱਤਾ। ਜਨਮਾਂ ਜਨਮਾਤਰਾਂ ਦੀ ਕੁੜੱਤਣ ਕੱਢ ਕੇ ਮਿਠਾਸ ਭਰ ਦਿੰਦੇ ਸਤਿਗੁਰੂ। ਗਰੀਬ ਨਵਾਜ ਸੱਚੇ ਪਾਤਸ਼ਾਹ ਉੱਥੇ ਫਿਰ ਸੇਵਾ ਨਹੀਂ ਵੇਖਦੇ, ਉੱਥੇ ਘਾਲ ਨਹੀਂ ਵੇਖਦੇ, ਨਾ ਕਿਛ ਸੇਵਾ ਨਾ ਕਿਛ ਘਾਲ। ਇਹਦਾ ਭਾਵ ਇਹ ਨਹੀਂ ਵੀ ਸੇਵਾ ਨਹੀਂ ਕਰਨੀ ਚਾਹੀਦੀ, ਘਾਲਣਾ ਨਹੀਂ ਘਾਲਣੀ ਚਾਹੀਦੀ, ਪਰ ਗੁਰੂ ਕੀ ਬਖਸ਼ਿਸ਼ ਹੈ। ਇੱਕ ਜਾ ਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਵੀ ਕਈ ਵਾਰੀ ਖਾਲੀ ਰਹਿ ਜਾਂਦੇ, ਤੇ ਇੱਕ ਨਾ ਉਹਨੂੰ ਸੁੱਤਿਆਂ ਨੂੰ ਵੀ ਆਪ ਉਠਾ ਕੇ ਤੇ ਮਹਾਰਾਜ ਬਖਸ਼ਿਸ਼ ਕਰ ਦਿੰਦੇ। ਜਿਵੇਂ ਭਾਈ ਲਾਲੋ ਦਾ ਦਰਵਾਜ਼ਾ ਜਾ ਕੇ ਆਪ ਖੜਕਾਇਆ ਸੀ, ਆਪ ਜਾ ਕੇ ਦਰਵਾਜ਼ਾ ਖੜਕਾਇਆ, ਆਖਿਆ ਭਾਈ ਲਾਲੋ ਜੀ ਦਰਵਾਜ਼ਾ ਖੋਲੋ, ਭਾਈ ਲਾਲੋ ਜੀ ਦਰਵਾਜ਼ਾ ਖੋਲੋ। ਦਰਵਾਜ਼ਾ ਖੋਲਿਆ, ਦਰਸ਼ਨ ਦੇ ਕੇ ਨਿਹਾਲ ਕੀਤਾ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਮਹਾਰਾਜ ਕਹਿੰਦੇ ਉਹ ਰੱਖਣਹਾਰ ਦਇਆਲੂ ਪਰਮੇਸ਼ਰ ਨੇ ਰੱਖਿਆ ਕੀਤੀ। ਉਦੋਂ ਉਹਨੇ ਸੇਵਾ ਨਹੀਂ ਵੇਖੀ ਹੈ, ਘਾਲਣਾ ਨਹੀਂ ਵੇਖੀ, ਆਪਣੀ ਬਖਸ਼ਿਸ਼ ਵਰਤਾ ਦਿੱਤੀ ਹੈ। ਕਰ ਕਿਰਪਾ ਪ੍ਰਭ ਕੀਨੀ ਦਇਆ, ਪ੍ਰਭੂ ਨੇ ਕਿਰਪਾ ਕਰਨਾਰੇ ਨੇ ਦਇਆ ਕੀਤੀ ਹੈ। ਮੂੜਤ ਦੁੱਖ ਮੈਂ ਕਾਢ ਲਿਆ, ਵਕਾਰਾਂ ਦੇ ਤੇ ਜੰਮਣ ਮਰਨ ਦੇ ਦੁੱਖ ਦੇ ਵਿੱਚ ਡੁੱਬਦੇ ਜਾ ਰਹੇ ਸਾਂ, ਤੇ ਆਪਣੀ ਦਇਆ ਕਰਕੇ ਬੁੱਧ ਰੂਪੀ ਬਾਹ ਫੜ ਕੇ, ਹਿਰਦੇ ਰੂਪੀ ਬਾਹ ਫੜ ਕੇ ਕੱਢ ਲੈਣਾ ਕੀਤਾ ਹੈ। ਸੁਣ ਸੁਣ ਉਪਜੋ ਮਨ ਮੈਂ ਚਾਹ, ਗੁਰੂ ਕੀਆਂ ਪਰਮੇਸ਼ਰ ਦੀਆਂ ਵਡਿਆਈਆਂ ਸੁਣ ਸੁਣ ਕੇ ਹੁਣ ਮਨ ਦੇ ਵਿੱਚ ਚਾਹ ਪੈਦਾ ਹੋ ਗਿਆ ਹੈ। ਆਠ ਪਹਿਰ ਹਰ ਕੇ ਗੁਣ ਗਾਓ, ਅੱਠੇ ਹੀ ਪੈਰ ਮਹਾਰਾਜ ਕਹਿੰਦੇ ਪ੍ਰਭੂ ਦੇ ਪਿਆਰੇ ਹੁਣ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਆ। ਜਿਨ੍ਹਾਂ ਨੇ ਸੁਣਿਆ ਨਾ ਪਰਮੇਸ਼ਰ ਦੀ ਮਹਿਮਾ ਨੂੰ, ਫਿਰ ਮਨ 'ਚ ਚਾਹ ਪੈਦਾ ਹੋਇਆ ਵੀ ਜਿਨ੍ਹਾਂ ਨੇ ਉਹਨੂੰ ਗਾਇਆ ਏ ਉਹਨਾਂ ਉੱਤੇ ਆ ਬਖਸ਼ਿਸ਼ਾਂ ਹੋਈਆਂ, ਤੇ ਆਪਾਂ ਵੀ ਗਾਈਏ, ਗਾ ਵੀ ਐ, ਸੁਣੀਐ, ਮਨ ਰੱਖੀਐ ਭਾਵੋ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਤੇ ਅੱਠੇ ਪੈਰ ਹੀ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਹਨ। ਗਾਵਤ ਗਾਵਤ ਪਰਮ ਗਤ ਪਾਏ, ਗਾਉਂਦਿਆਂ ਗਾਉਂਦਿਆਂ ਫਿਰ ਪਰਮ ਗਤੀ ਪ੍ਰਾਪਤ ਹੋ ਗਈ, ਕਲਿਆਣ ਪ੍ਰਾਪਤ ਹੋ ਗਈ, ਪਰਮ ਵੱਡੀ ਗਤ ਮੁਕਤੀ ਪ੍ਰਾਪਤ ਕਰ ਲਈ। ਮੁਕਤੀਆਂ ਵੀ ਕਈ ਹਨ, ਮੁਕਤੀਆਂ ਦੇ ਵਿੱਚੋਂ ਜਿਹੜੀ ਪਰਮ ਮੁਕਤੀ ਹੈ ਨਾ, ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਣ ਵਾਲੀ, ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਉਹ ਮੁਕਤੀ ਪ੍ਰਾਪਤ ਕਰ ਲਈ। ਉਹਨਾਂ ਵਿੱਚ ਤੇ ਪਰਮੇਸ਼ਰ 'ਚ ਫਰਕ ਹੀ ਕੋਈ ਨਹੀਂ ਰਹਿ ਗਿਆ। ਜਿਵੇਂ ਬੂੰਦ ਸਾਗਰ 'ਚ ਲੀਨ ਹੋ ਜਾਂਦੀ ਆ, ਪ੍ਰਭੂ ਦੇ ਪਿਆਰੇ ਗਾਉਂਦਿਆਂ ਗਾਉਂਦਿਆਂ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵਿੱਚ ਲੀਨ ਹੋ ਗਏ। ਪਰ ਉਹ ਹੋਏ ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਹਨਾਂ ਗਾਉਂਦਿਆਂ ਗਾਉਂਦਿਆਂ ਹੀ ਪਰਮਗਤ ਪ੍ਰਾਪਤ ਕਰ ਲਈ। ਗੁਰ ਪ੍ਰਸਾਦ ਨਾਨਕ ਲਿਵ ਲਾ, ਕਿਉਂਕਿ ਉਹਨਾਂ ਗੁਰਮੁਖਾਂ ਉੱਤੇ ਗੁਰ ਪ੍ਰਸਾਦ ਹੋਈ, ਗੁਰੂ ਕੀ ਕਿਰਪਾ ਹੋਈ। ਤੇ ਜਿਨ੍ਹਾਂ ਉੱਤੇ ਗੁਰੂ ਕੀ ਕਿਰਪਾ ਹੋਈ ਉਹਨਾਂ ਦੀ ਫਿਰ ਲਿਵ ਲਾ ਦਿੱਤੀ ਸਤਿਗੁਰੂ ਮਹਾਰਾਜ ਨੇ ਪ੍ਰਭੂ ਦੇ ਨਾਮ ਦੇ ਨਾਲ। ਗਰੀਬ ਨਵਾਜ ਸਾਹਿਬ ਜੀ ਨੇ ਫਿਰ ਲਿਵ ਜੋੜ ਦਿੱਤੀ, ਚਿੱਤ ਦੀ ਬਿਰਤੀ ਜੋੜ ਦਿੱਤੀ ਪ੍ਰਭੂ ਨਾਮ ਦੇ ਨਾਲ। ਉਹ ਅੰਦਰੋਂ ਜੁੜ ਗਏ, ਤੇ ਅੰਦਰੋਂ ਜੁੜ ਕਰਕੇ ਫਿਰ ਉਹ ਸਦਾ ਹੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹਨ। ਗਰੀਬ ਨਵਾਜ ਸਾਹਿਬ ਜੀ ਦੇ ਬੰਦਗੀ ਕਰਦੇ ਹਨ, ਤੇ ਉਹਨਾਂ ਨੇ ਨਾਮ ਨੂੰ ਜਪਦਿਆਂ ਹੋਇਆਂ, ਪ੍ਰਭੂ ਦੇ ਗੁਣ ਗਾਉਂਦਿਆਂ ਹੋਇਆਂ ਪਰਮਗਤ ਪ੍ਰਾਪਤ ਕਰ ਲਈ। ਜਿਨ੍ਹਾਂ ਗੁਣਾਂ ਦਾ ਕੋਈ ਅੰਤ ਨਹੀਂ ਹੈ, ਕੋਈ ਕਿੰਨੇ ਗਾ ਲਵੇ। ਗੁਣ ਤਾਂ ਬੇਅੰਤੇ ਹਨ, ਪਰ ਗਾਉਣ ਵਾਲਿਆਂ ਦਾ ਉਧਾਰ ਹੋ ਜਾਂਦਾ ਹੈ।
ਗੁਣਾਂ ਦਾ ਅੰਤ ਨਹੀਂ ਆਉਂਦਾ, ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਗੁਣਾਂ ਦਾ ਕੋਈ ਪਾਰਾਵਾਰ ਨਹੀਂ ਹੈ, ਪਰ ਜਿੰਨਾ ਕੋਈ ਗਾਉਂਦਾ ਹੈ ਭਾਵਨਾ ਦੇ ਨਾਲ ਤੇ ਉਹਦਾ ਉਧਾਰ ਜ਼ਰੂਰ ਹੋ ਜਾਂਦਾ ਹੈ, ਉਸ ਦੀ ਕਲਿਆਣ ਜ਼ਰੂਰ ਹੋ ਜਾਂਦੀ ਹੈ। ਤੇ ਸਭ ਮਾਈ ਭਾਈ ਅਖੀਰ ਤੇ ਆਪਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਸ ਦੀਆਂ 2 ਪੰਕਤੀਆਂ ਗਾਈਏ, ਫਿਰ ਅਖੀਰਲੀਆਂ ਪੰਕਤੀਆਂ ਦਾ ਜਾਪ ਕਰਾਂਗੇ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ, ਕੋਟ ਪਰਾਧੀ ਤਰਿਆਰੇ, ਕੋਟ ਪਰਾਧੀ ਤਰਿਆਰੇ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨ ਭਰਿਆ ਰੇ, ਸੇ ਫਿਰ ਗਰਭਾਸ ਨ ਭਰਿਆ ਰੇ, ਸੇ ਫਿਰ ਗਰਭਾਸ ਨ ਭਰਿਆ ਰੇ, ਸੇ ਫਿਰ ਗਰਭਾਸ ਨ ਭਰਿਆ ਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਗੁਰੂ ਸਾਹਿਬ ਜੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਗਾਵਤ ਗਾਵਤ ਪਰਮ ਗਤ ਪਾਏ, ਗੁਰ ਪ੍ਰਸਾਦ ਨਾਨਕ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।